परमात्मा उत्पत्ति भी करता है, पालना भी करता है ते विनाश भी करता है। ਉਹਦੀ ਹੁਕਮ ਸੱਤਿਆ ਦੇ ਵਿੱਚ ਹੀ ਜੀਵਾਂ ਦੀ ਸਿਰਜਣਾ ਹੋ ਰਹੀ ਹੈ। ਉਸੇ ਦੀ ਹੁਕਮ ਸੱਤਿਆ ਦੇ ਦੌਰਾਨ, ਉਸੇ ਦੀ ਹੁਕਮ ਸੱਤਿਆ ਦੇ ਵਿੱਚ ਜੀਵਾਂ ਦੀ ਪਰਵਰਿਸ਼ ਵੀ ਹੋ ਰਹੀ ਹੈ, ਪ੍ਰਤਪਾਲਣਾ ਹੋ ਰਹੀ ਹੈ ਤੇ ਉਸੇ ਦੇ ਹੁਕਮ ਦੇ ਮੁਤਾਬਕ ਜੀਵਾਂ ਦਾ ਅੰਤ ਵੀ ਹੋ ਰਿਹਾ ਹੈ, ਵਿਨਾਸ਼ ਵੀ ਹੋ ਰਿਹਾ ਹੈ। जितने जीव उस मालिक ने सिरजे ਹਨ, ਉਹਦੇ ਬਣਾਏ ਹੋਏ ਸਾਰੇ ਹੀ ਜੀਵ ਉਸ ਨੂੰ ਧਿਆਉਂਦੇ ਹਨ, ਉਸ ਨੂੰ ਸਿਮਰਦੇ ਹਨ। ਇੱਥੇ ਕਈ ਵਾਰ ਲੋਕ ਸਵਾਲ ਕਰਦੇ ਹਨ ਬਈ ਜਿਹੜੇ ਲੋਕ ਰੱਬ ਨੂੰ ਮੰਨਦੇ ਹੀ ਕੋਈ ਨਹੀਂ, ਉਹ ਕਿਵੇਂ ਉਹਨੂੰ ਯਾਦ ਕਰਦੇ ਹਨ? ਤਾਂ ਇਹਦਾ ਇੱਕ ਸਰਲ ਜਿਹਾ ਵਿਚਾਰ ਇਹ ਹੈ ਕਿ ਰੱਬ ਦੀ ਹੋਂਦ ਨੂੰ ਨਾ ਮੰਨਣ ਵਾਸਤੇ ਵੀ ਰੱਬ ਦਾ ਜ਼ਿਕਰ ਤੇ ਕਰਨਾ ਹੀ ਪਵੇਗਾ। ਵੀ ਅਸੀਂ ਰੱਬ ਨੂੰ ਨਹੀਂ ਮੰਨਦੇ, ਉਹਦਾ ਜਿੱਥੇ ਜ਼ਿਕਰ ਆ ਗਿਆ ਯਾਦ ਰੱਖਣਾ, ਉੱਥੇ ਅਸੀਂ ਸਮਝ ਲੈਣਾ ਕਿ ਉਹ ਲੋਕ ਜਿਹੜੇ ਉਹਦੀ ਹਸਤੀ ਨਹੀਂ ਮੰਨ ਰਹੇ, ਉਹਦੀ ਹਸਤੀ ਨੂੰ ਖੰਡਿਤ ਕਰਨ ਦੇ ਲਈ, ਉਹਦੀ ਹਸਤੀ ਨੂੰ ਨਕਾਰਨ ਦੇ ਲਈ ਜ਼ਿਕਰ ਤੇ ਉਹ ਲੋਕ ਵੀ ਕਰਦੇ ਹਨ। ਇਸੇ ਨੂੰ ਤੇ ਕਹਿੰਦੇ ਹਨ ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਪਰ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ, ਕਹਿੰਦੇ ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਏਤੇ ਕੀਤੇ ਹੋਰ ਕਰਹਿ, ਤਾਂ ਆਖ ਨ ਸਕਹਿ ਕਹੀ ਕੇ। ਇਹ ਤੇ ਤੇਰੀ ऐसी मर्यादा है परमात्मा कि तेरे पैदा किए हुए जीव तैनू सिमर रहे हैं। बेशुमार जीव हैं जिहड़े रब ने पैदा किए हैं, और यकीन जानना कि एक मनुख नू छड्ड के बाकी सारे ही ਉਹਦੇ ਭਾਣੇ ਨੂੰ ਕਬੂਲਦੇ ਹਨ। ਉਸ ਮਾਲਕ ਦੀ ਆਸ ਤੇ ਬੈਠੇ ਹੋਏ ਹਨ। ਸਭ ਕੋ ਆਸੈ ਤੇਰੀ ਬੈਠਾ। ਔਰ ਰੱਬ ਕਿਸੇ ਨੂੰ ਵੀ ਕਦੀ ਵੀ ਨਿਰਾਸ਼ ਨਹੀਂ ਕਰਦਾ। ਨਿਰਾਸ਼ਤਾ ਜਦੋਂ ਵੀ ਮਨੁੱਖ ਨੂੰ ਹੋਈ ਹੈ, ਉਹਦੀ ਉਸ ਕਾਮਨਾ ਨੂੰ ਹੋਈ ਹੈ ਜਿਹੜੀ ਉਹਨੇ ਆਪਣੀ ਪਾਤਰਤਾ ਤੋਂ ਵੱਧ ਕਿਧਰੇ ਕੀਤੀ ਸੀ। ਨਹੀਂ ਤੇ ਯਾਦ ਰੱਖਿਓ, ਪ੍ਰਮਾਤਮਾ ਨੇ, ਪ੍ਰਭੂ ਨੇ ਜਿਸ ਨੂੰ ਜੋ ਦਿੱਤਾ ਹੈ, ਜੋ ਦੇ ਰਿਹਾ ਹੈ, ਜੋ ਅੱਗੋਂ ਦੇਵੇਗਾ, ਉਹਦੇ ਸਿਰਜੇ ਹੋਏ ਜੀਵ ਉਸੇ ਦੇ ਹੀ ਪਾਤਰ ਹਨ। ਉਹੀ ਦਾਤ ਉਹਨਾਂ ਨੂੰ ਪ੍ਰਾਪਤ ਹੋਵੇਗੀ ਜਿਸ ਦਾਤ ਦੀ ਪਾਤਰਤਾ ਉਹਨਾਂ ਦੇ ਕੋਲ ਹੈ। ਜੇ ਯੋਗਤਾ ਨਹੀਂ, ਜੇ ਪਾਤਰਤਾ ਨਹੀਂ, ਤਾਂ ਯਾਦ ਰੱਖਣਾ ਰੱਬ ਉਹ ਦਾਤ ਕਦੀ ਵੀ ਝੋਲੀ ਵਿੱਚ ਨਹੀਂ ਪਾਵੇਗਾ, ਕਿਉਂਕਿ ਰੱਬ ਨੂੰ ਜੀਆਂ ਕਾ ਦਾਤਾਰਾ ਕਿਹਾ ਜਾ ਰਿਹਾ ਹੈ।
ਔਰ ਜਿਤਨੇ ਜੀਵ ਉਹਨੇ ਸਿਰਜੇ ਹਨ, ਇਹਨਾਂ ਨੂੰ ਸਿਰਜਣ ਵਾਲਾ ਜਿਹੜਾ ਪ੍ਰਭੂ ਹੈ ਉਹ ਆਪ ਸਦਾ ਸਥਿਰ ਰਹਿਣ ਵਾਲਾ ਹੈ। ਉਹਦੀ ਸਿਰਜਣਾ ਜਿਹੜੀ ਹੈ ਉਹ ਤੇ ਨਾਸ਼ਵੰਤ ਹੈ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ। ਜਿਹਦੀ ਘਾੜਤ ਘੜੀ ਗਈ ਹੈ, ਇੱਕ ਦਿਨ ਉਹਨੇ ਭਜਣਾ ਵੀ ਹੈ, ਉਹਨੇ ਟੁੱਟਣਾ ਵੀ ਹੈ, ਉਹਨੇ ਠੀਕਰ ਹੋ ਜਾਣਾ ਹੈ ਇੱਕ ਦਿਨ। ਪਰ ਘਾੜਤ ਘੜਨ ਵਾਲਾ ਜਿਹੜਾ ਸਿਰਜਣਹਾਰ ਪਰਮਾਤਮਾ ਹੈ, ਜਿਹੜਾ ਕਿਰਦਗਾਰ ਪ੍ਰਭੂ ਹੈ, ਉਹ ਸਦਾ ਸਥਿਰ ਰਹਿਣ ਵਾਲਾ ਹੈ। ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਉਹ ਨਾ ਆਉਂਦਾ ਹੈ ਨਾ ਜਾਉਂਦਾ ਹੈ। ਉਹ ਸਦਾ ਇੱਕ ਰਸ ਸਥਿਰ ਰਹਿਣ ਵਾਲਾ ਹੈ। ਉਹਦੀ ਪੈਦਾ ਕੀਤੀ ਹੋਈ, ਬਣਾਈ ਹੋਈ ਜਿਹੜੀ ਸ੍ਰਿਸ਼ਟੀ ਹੈ, ਜਿਹੜੀ ਰਚਨਾ ਹੈ, ਉਹ ਭਾਵੇਂ ਮਿਟ ਚੁੱਕੀ ਹੈ, ਭਾਵੇਂ ਬਣੀ ਹੋਈ ਹੈ। ਰਚਨਾ ਦੇ ਬਣਨ ਔਰ ਮਿਟਣ ਦੇ ਨਾਲ ਰਚਨਹਾਰ ਨੂੰ ਕੋਈ ਫਰਕ ਨਹੀਂ ਪੈਂਦਾ। ਪਾਤਸ਼ਾਹ ਜੀ ਨੇ ਉਹਦੇ ਵੱਖ-ਵੱਖ ਰੂਪਾਂ ਦਾ ਜ਼ਿਕਰ ਕੀਤਾ ਹੈ। ਸਰਗੁਣ, ਨਿਰਗੁਣ, ਨਿਰੰਕਾਰ, ਸ਼ੂਨ ਸਮਾਧੀ, ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਜ਼ਿਕਰ ਵੀ ਹੈ ਜਦੋਂ ਕਾਲ ਹੀ ਨਹੀਂ ਸੀ, ਜਦੋਂ ਆਕਾਰ ਹੀ ਨਹੀਂ ਸੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਤੇ ਹੋਤਾ। ਜਦੋਂ ਆਕਾਰ ਹੀ ਨਹੀਂ ਸੀ, ਜਦੋਂ ਕਾਲ ਹੀ ਨਹੀਂ ਸੀ, ਤੇ ਸਤਿਗੁਰੂ ਆਖਦੇ, ਕਹਿੰਦੇ ਇੱਕ ਗੱਲ ਦੱਸੋ ਕਿ ਫਿਰ ਕਿਹਦੇ ਉੱਤੇ ਪਾਪ ਜਾਂ ਕਿਹਦੇ ਉੱਤੇ ਪੁੰਨ ਦਾ ਕੋਈ ਪ੍ਰਭਾਵ ਪੈਣਾ ਸੀ? ਕਿਉਂਕਿ ਰੱਬ ਤੇ ਨਿਰੰਜਨ ਹੈ। ਕੱਲ ਅਸਾਂ ਨੇ ਸਮਝਿਆ ਸੀ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ। ਜਿਸ ਦੇ ਉੱਤੇ ਨਾ ਪਾਪ ਦਾ ਲੇਪ ਹੈ ਨਾ ਪੁੰਨ ਦਾ ਲੇਪ ਹੈ, ਪ੍ਰਭਾਵ ਹੀ ਕੋਈ ਨਹੀਂ। ਤੇ ਭਾਵੇਂ ਉਹ ਜਦੋਂ ਇਹ ਰਚਨਾ ਚੱਲ ਰਹੀ ਹੈ ਤਾਂ ਉਹਦੇ ਅਸਤਿਤਵ ਦੀ ਗੱਲ ਕਰ ਲਈਏ, ਤੇ ਭਾਵੇਂ ਉਹ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ ਵਾਲਾ ਜਿਹੜਾ ਵਕਤ ਹੈ, ਜੋ ਪੀਰੀਅਡ ਹੈ, ਉਹਦਾ ਜ਼ਿਕਰ ਕਰੀਏ, ਦੋਨਾਂ ਹੀ ਰੂਪਾਂ ਦੇ ਵਿੱਚ ਜਿਹੜਾ ਪ੍ਰਭੂ ਹੈ ਉਹ ਨਿਰੰਜਨ ਹੀ ਰਹੇਗਾ। ਉਹਦੇ ਗੁਣ ਕਾਲ ਜਾਂ ਸਮੇਂ ਦੇ ਹਿਸਾਬ ਨਾਲ ਪਰਿਵਰਤਿਤ ਨਹੀਂ ਹੁੰਦੇ ਕਦੀ ਵੀ। ਮਨੁੱਖ ਪਰਿਸਥਿਤੀਆਂ ਦੇ ਮੁਤਾਬਕ ਆਪਣਾ ਸੁਭਾਅ ਬਦਲਦਾ ਹੈ। ਮਨੁੱਖ ਵੱਖ-ਵੱਖ ਭੂਗੋਲਿਕ ਜਿਹੜੇ ਪਰਿਵਰਤਨ ਹਨ ਜਦੋਂ ਆਉਂਦੇ ਹਨ, ਭੂਗੋਲਿਕ ਪਰਿਵਰਤਨ ਦਾ ਅਰਥ ਕੀ ਹੈ? ਮਨੁੱਖ ਇੱਕ ਦੇਸ਼ ਤੋਂ ਜਦੋਂ ਦੂਸਰੇ ਦੇਸ਼ ਤੱਕ ਜਾਂਦਾ ਹੈ ਤੇ ਇਹਨੂੰ ਕਈ ਵਾਰ ਆਪਣੀ ਬੋਲੀ, ਆਪਣਾ ਪਹਿਰਾਵਾ, ਆਪਣਾ ਰਹਿਣ ਸਹਿਣ ਬਦਲਣਾ ਪੈਂਦਾ ਹੈ। ਪਰ ਰੱਬ ਨੂੰ ਸੱਚਾ ਸਿਰਜਣਹਾਰ ਕਿਉਂ ਕਿਹਾ ਜਾ ਰਿਹਾ ਹੈ? ਕਿਉਂਕਿ ਰੱਬ ਜੈਸਾ ਹੈ ਉਹ ਹਮੇਸ਼ਾ ਵੈਸਾ ਹੀ ਰਹਿੰਦਾ ਹੈ। ਕਿਸੇ ਵੀ ਪਰਿਸਥਿਤੀ ਦਾ ਕੋਈ ਪ੍ਰਭਾਵ ਪਰਮਾਤਮਾ ਦੇ ਉੱਤੇ ਨਹੀਂ ਪੈਂਦਾ। ਕਿਸੇ ਭੂਗੋਲਿਕ ਪਰਿਵਰਤਨ ਦਾ ਪ੍ਰਭਾਵ ਪ੍ਰਭੂ ਦੇ ਉੱਤੇ ਨਹੀਂ ਪੈਂਦਾ, ਕਿਉਂਕਿ ਹਰ ਥਾਂ ਦੇ ਉੱਤੇ ਉਹ ਇੱਕ ਰਸ ਵਿਆਪਕ ਹੈ। ਐਸਾ ਨਹੀਂ ਵੀ ਕਿਸੇ ਇੱਕ ਦੇਸ਼ ਵਿੱਚ ਉਹਦਾ ਪ੍ਰਭਾਵ ਵੱਧ ਹੈ ਤੇ ਕਿਸੇ ਦੂਸਰੇ ਦੇਸ਼ ਵਿੱਚ ਉਹ ਘੱਟ ਵਸਿਆ ਪਿਆ ਹੈ, ਨਹੀਂ। ਉਹਨੂੰ ਕਿਹਾ ਹੈ ਕਰਤਾ ਪੁਰਖ, ਜਿਹੜਾ ਇੱਕ ਰਸ ਆਪਣੀ ਰਚਨਾ ਦੇ ਵਿੱਚ ਵਿਦਿਆਮਾਨ ਹੈ। ਇੱਕ ਓੰਕਾਰ, ਜਿਹੜਾ ਇੱਕ ਰਸ ਆਪਣੀ ਸਾਰੀ ਸਿਰਜਣਾ ਦੇ ਵਿੱਚ ਵਸਿਆ ਪਿਆ ਹੈ। ਇੱਕ ਰਸ ਵਿਆਪਕ ਹੈ, ਉਹਦਾ ਪ੍ਰਭਾਵ ਹਰ ਥਾਂ ਤੇ ਇੱਕ ਹੈ। ਨਾ ਘਾਟ ਹੈ, ਨਾ ਬਾੜ ਹੈ,
ਨਾ ਘਾਟ ਬਾੜ ਹੋਤ ਹੈ। ਉਹਦਾ ਪ੍ਰਭਾਵ, ਉਹਦਾ ਨਾਮ, ਉਹਦਾ ਰੂਪ ਨਾ ਘੱਟ ਹੈ ਨਾ ਵੱਧ ਹੈ। ਹਾਂ, ਅਗਰ ਕਿਸੇ ਨੂੰ ਮਹਿਸੂਸ ਹੋ ਰਿਹਾ ਹੈ ਕਿਧਰੇ ਘੱਟ ਤੇ ਕਿਧਰੇ ਵੱਧ, ਤੇ ਇਹ ਉਸ ਮਨੁੱਖ ਦੇ ਅੰਦਰ ਦੀ ਜੋ ਪਰਿਸਥਿਤੀ ਹੈ, ਜੋ ਮਨੋਦਸ਼ਾ ਹੈ, ਉਹਦੇ ਕਾਰਨ ਹੋ ਰਿਹਾ ਹੈ। ਦੂਸਰੇ ਲਫ਼ਜ਼ਾਂ ਵਿੱਚ ਮੈਂ ਇੰਝ ਆਖਾਂ ਕਿ ਮਨੁੱਖ ਜਿਸ ਵੇਲੇ ਮੁਸੀਬਤ ਆਉਂਦੀ ਹੈ ਤੇ ਉਸ ਵੇਲੇ ਉਹਨੂੰ ਲੱਗਦਾ ਹੈ ਰੱਬ ਮੇਰੇ ਬਿਲਕੁਲ ਨਾਲ ਹੈ, ਮੈਂ ਉਹਦੇ ਅੱਗੇ ਪੁਕਾਰ ਕਰਾਂ, ਉਹਦੇ ਅੱਗੇ ਅਰਦਾਸ ਕਰਾਂ, ਉਸ ਨੂੰ ਆਪਣਾ ਦੁੱਖ ਸੁਣਾਵਾਂ, ਉਦੋਂ ਰੱਬ ਦੀਆਂ ਗੱਲਾਂ ਕਰਦਾ ਹੈ, ਰੱਬ ਨਾਲ ਗੱਲਾਂ ਕਰਦਾ ਹੈ। ਪਰ ਜਿਉਂ ਉਹ ਬਿਪਤਾ ਦਾ ਸਮਾਂ ਕਿਧਰੇ ਟਲ ਗਿਆ, ਦੂਰ ਹੋ ਗਈ ਬਿਪਤਾ, ਪਤਾ ਲੱਗ ਗਿਆ ਬਈ ਹੁਣ ਇਹ ਦੁੱਖ ਮੇਰਾ ਕੁਝ ਨਹੀਂ ਕਰ ਸਕਦਾ, ਫਿਰ ਉਹੀ ਮਨੁੱਖ ਜਦੋਂ ਪਾਪ ਦਾ ਕਰਮ ਕਰੇਗਾ ਤੇ ਰੱਬ ਨੂੰ ਬਿਲਕੁਲ ਭੁਲਾ ਛੱਡੇਗਾ। ਹੁਣ ਬੰਦਾ ਉਹੀ ਹੈ, ਮਨੁੱਖ ਉਹੀ ਹੈ, ਤੇ ਜੀਵਨ ਦੀ ਇੱਕ ਹਾਲਤ 'ਚ ਤੇ ਉਹਨੂੰ ਰੱਬ ਬੜਾ ਨਿਕਟ ਕੋਲ ਜਾਪਦਾ ਪਿਆ ਸੀ। ਪਰ ਉਸੇ ਬੰਦੇ ਨੂੰ ਕੁਝ ਸਮੇਂ ਬਾਅਦ ਬਿਲਕੁਲ ਰੱਬ ਭੁੱਲ ਗਿਆ। ਉਹਨੇ ਆਪਣੇ ਖਿਆਲਾਂ 'ਚੋਂ ਹੀ ਰੱਬ ਦਾ ਖਿਆਲ ਕੱਢ ਦਿੱਤਾ, ਉਹਦਾ ਜ਼ਿਕਰ ਤੱਕ ਉਹਨੇ ਮੁਕਾ ਦਿੱਤਾ। ਤੇ ਇਹ ਬਦਲਾਵ ਕਿਉਂ ਆਇਆ ਮਨੁੱਖ ਦੇ ਜੀਵਨ ਦੇ ਵਿੱਚ, ਉਹਦੀ ਸੋਚ ਦੇ ਵਿੱਚ? ਇਹਦਾ ਕਾਰਨ ਸੀ ਮਨੁੱਖ ਨੇ ਹਰ ਪਰਿਸਥਿਤੀ ਦੇ ਵਿੱਚ ਨਾ ਰੱਬ ਨੂੰ ਇੱਕ ਰਸ ਨਹੀਂ ਮੰਨਿਆ। ਕਿਸੇ ਪਰਿਸਥਿਤੀ ਦੇ ਵਿੱਚ, ਦੁੱਖ ਦੀ, ਲੋੜ ਦੀ ਪਰਿਸਥਿਤੀ 'ਚ ਤੇ ਉਹ ਸਮਝ ਰਿਹਾ ਸੀ ਕਿ ਉਹ ਮੇਰੀ ਅਰਦਾਸ ਸੁਣ ਰਿਹਾ ਹੈ, ਆਖਦਾ ਹੈ ਬਈ ਹੇ ਰੱਬਾ ਤੇਰੇ ਤੋਂ ਬਗੈਰ ਮੇਰਾ ਹੋਰ ਕੌਣ ਹੈ। ਅਕਸਰ ਮਨੁੱਖ ਇਹ ਗੱਲ ਆਖਦਾ ਹੈ। ਕੋਈ ਦੁੱਖ ਦੇ ਵਿੱਚ ਉਹਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਆਵੇ, ਕੋਈ ਸਹਾਨੂਭੂਤੀ ਦੇਣ ਵਾਸਤੇ ਆਵੇ, ਤੇ ਮਨੁੱਖ ਦੁੱਖ ਦੇ ਵੇਲੇ ਕਦੀ ਇੱਧਰ ਉੱਧਰ ਦੀ ਗੱਲ ਨਹੀਂ ਕਰੇਗਾ, ਜਾਂ ਤੇ ਆਪਣਾ ਦਰਦ ਔਰ ਦੁੱਖ ਦੱਸੇਗਾ ਤੇ ਜਾਂ ਉਹਦੀ ਨਿਵਰਤੀ ਦੇ ਉਪਾਏ ਪੁੱਛੇਗਾ, ਜਾਂ ਆਖੇਗਾ ਵੀ ਰੱਬ ਹੀ ਹੈ ਜੀ ਹੁਣ ਸਹਾਰਾ। ਪਰ ਉਹੀ ਮਨੁੱਖ ਜਦੋਂ ਸੁੱਖ ਦੇ ਵਿੱਚ ਆ ਜਾਂਦਾ ਹੈ, ਉਹਦੇ ਜੀਵਨ ਦੀ ਜਦੋਂ ਗਤ ਪਰਿਵਰਤਿਤ ਹੋ ਜਾਂਦੀ ਹੈ, ਰੱਬ ਨੂੰ ਆਪਣੇ ਨਿਕਟ ਮੰਨਣ ਤੋਂ, ਹਾਜ਼ਰ ਨਾਜ਼ਰ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਚਲੋ ਭਾਵੇਂ ਮੂੰਹ ਤੋਂ ਨਾ ਆਖੇ, ਪਰ ਅੰਦਰ ਜੋ ਮਨੋਭਾਵ ਹਨ ਉਹਨਾਂ ਵਿੱਚ ਨਾ ਖਿਮਾ ਕਰ ਦੇਣਾ ਜੀ। ਮੈਂ ਇੱਕ ਸ਼ਬਦ ਵਰਤਾਂਗਾ, ਅਕਿਰਤ ਘਣਤਾ ਆ ਜਾਂਦੀ ਹੈ। ਦੁੱਖ ਦੇ ਵੇਲੇ ਜਿਸ ਰੱਬ ਦੇ ਅੱਗੇ ਸਭ ਤੋਂ ਪਹਿਲੇ ਜਾਂਦਾ ਸੀ, ਪਰਿਸਥਿਤੀ ਬਦਲੀ ਤੇ ਸੁੱਖ ਵੇਲੇ ਹੁਣ ਉਹਨੂੰ ਸਭ ਤੋਂ ਪਿੱਛੇ ਕਰ ਦਿੱਤਾ ਇਹਨੇ। ਹੁਣ ਜ਼ਿਕਰ ਤੱਕ ਨਹੀਂ ਕਰਦਾ। ਪਰ ਇੱਕ ਗੱਲ ਸਮਝ ਲੈਣਾ ਧਿਆਨ ਦੇ ਨਾਲ ਕਿ ਕੀ ਇਸ ਤਰ੍ਹਾਂ ਮਨੁੱਖ ਦੇ ਸੋਚ ਵਿੱਚ, ਉਹਦੇ ਸੁਭਾਅ ਵਿੱਚ ਬਦਲਾਵ ਆਉਣ ਕਰਕੇ ਕਿ ਰੱਬ ਦੀ ਮਹਿਮਾ ਵੱਧਦੀ ਘਟਦੀ ਹੈ? ਬਿਲਕੁਲ ਵੀ ਨਹੀਂ। ਇਹਨੂੰ ਮਹਾਂਪੁਰਸ਼ ਇੰਝ ਸਮਝਾਉਂਦੇ ਹਨ ਬੰਦਗੀ ਕਰਨ ਵਾਲੇ ਕਿ ਹੀਰੇ ਨੇ ਹੀਰਾ ਹੀ ਰਹਿਣਾ ਹੈ। ਉਹਨੂੰ ਕੋਈ ਕੋਲਾ ਕਹੀ ਜਾਏ, ਉਹਨੂੰ ਕੋਈ ਅੰਗੂਠੀ ਦੇ ਵਿੱਚ, ਸੋਨੇ ਦੇ ਵਿੱਚ ਜੜ ਲਵੇ, ਆਭੂਸ਼ਣਾਂ ਵਿੱਚ ਹੀਰਾ ਜੜਿਆ ਜਾਂਦਾ ਹੈ, ਉਹਨੂੰ ਕੋਈ ਚੀਥੜਿਆਂ ਦੇ ਵਿੱਚ ਬੰਨ੍ਹ ਦੇਵੇ ਤੇ ਕਹਿੰਦੇ ਇਹਦੇ ਨਾਲ ਹੀਰੇ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ, ਉਹ ਜੈਸਾ ਹੈ ਉਹ ਵੈਸਾ ਹੀ ਰਹੇਗਾ। ਭਾਈ ਸਾਹਿਬ ਨੇ ਉਦਾਹਰਣ ਦਿੱਤੀ, ਜੈਸੇ ਏਕ ਸਮੇਂ ਹੀਰਾ ਹੋਤ ਜੀਰ ਨਾਂਬਰ ਮੈਂ, ਏਕ ਸਮੇਂ ਕੰਚਨ ਜੜੇ ਜਗਮਗਾਤ ਹੈ। ਇੱਕ ਵੇਲੇ ਹੀਰਾ ਜੀਰ ਨਾਂਬਰ, ਪੁਰਾਣੇ ਕੱਪੜੇ ਵਿੱਚ, ਚਿਥੜਿਆਂ ਦੇ ਵਿੱਚ ਕਿਸੇ ਨੇ ਹੀਰੇ ਨੂੰ ਬੰਨ ਲਿਆ। ਦ੍ਰਿਸ਼ਟਾਂਤ ਹੈ ਨਾ ਕਿ ਕਿਸੇ ਬੜੇ ਗਰੀਬ ਨੂੰ ਇੱਕ ਹੀਰਾ ਮਿਲ ਗਿਆ, ਉਹਨੂੰ ਪਤਾ ਨਹੀਂ ਸੀ ਹੀਰੇ ਦਾ ਮੁੱਲ ਕੀ। ਉਹਨੇ ਚੁੱਕਿਆ, ਚਮਕ ਵੇਖੀ, ਬੜੇ ਪਾਟੇ ਜਿਹੇ ਕੱਪੜੇ ਪਾਏ ਹੋਏ ਸਨ, ਜੇਬ ਚੋਂ ਇੱਕ ਪੁਰਾਣਾ ਜਿਹਾ ਚਿਥੜਾ ਕੱਢਿਆ, ਉਹਦੇ ਵਿੱਚ ਬੰਨ੍ਹ ਦਿੱਤਾ। ਬੜੇ ਸਮੇਂ ਤੱਕ ਹੀਰਾ ਉਸ
ਚਿਥੜੇ ਦੇ ਵਿੱਚ ਬੰਨ੍ਹਿਆ ਗਿਆ। ਹਾਲਾਂਕਿ ਇਹਦੇ ਵਿੱਚ ਵੱਖ-ਵੱਖ ਪਰਿਸਥਿਤੀਆਂ ਦਾ ਜ਼ਿਕਰ ਹੈ, ਦਰਖਤ ਦਾ, ਦਰੁਮ ਦਾ ਵੀ ਜ਼ਿਕਰ ਹੈ ਇਸ ਸਵਈਏ ਦੇ ਵਿੱਚ। ਜੈਸੇ ਏਕ ਸਮੇਂ ਦਰੁਮ ਸਫਲ ਸਪੱਤਰ ਪੁੰਨ, ਏਕ ਸਮੇਂ ਫਲ ਫੂਲ ਪੱਤਰ ਗਿਰ ਜਾਤ ਹੈ। ਕਹਿੰਦੇ ਵੇਖੋ, ਇੱਕ ਰੁੱਤ ਬਸੰਤ ਦੀ ਵੀ ਹੈ ਤੇ ਇੱਕ ਪਤਝੜ ਦੀ ਵੀ ਹੈ, ਪਰ ਦੋਨਾਂ ਰੁੱਤਾਂ ਦੇ ਵਿੱਚ ਦਰਖਤ ਨੇ ਆਪਣੀਆਂ ਜੜ੍ਹਾਂ ਨੂੰ ਨਾ ਧਰਤੀ ਤੋਂ ਬਾਹਰ ਨਹੀਂ ਕੱਢਿਆ। ਉਹ ਜੁੜਿਆ ਰਿਹਾ ਧਰਤੀ ਦੇ ਨਾਲ, ਜਿਸ ਕਰਕੇ ਪਤਝੜ ਤੋਂ ਬਾਅਦ ਫਿਰ ਬਸੰਤ ਆਈ ਉਹਦੇ ਉੱਤੇ। ਇਸੇ ਪ੍ਰਕਾਰ ਜੇ ਤੂੰ ਜੀਵਨ ਦੀ ਹਰ ਪਰਿਸਥਿਤੀ ਵਿੱਚ ਉਸ ਸੱਚੇ ਸਿਰਜਣਹਾਰ ਦਾ ਧਿਆਨ ਧਰੇਂਗਾ, ਕੇਵਲ ਦੁੱਖ ਵਿੱਚ ਹੀ ਨਹੀਂ, ਸੁੱਖ ਵਿੱਚ ਵੀ ਜੇ ਤੂੰ ਇਸੇ ਤਰ੍ਹਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਕੇ ਰੱਖੇਂਗਾ, ਭਾਵ ਧਿਆਨ ਰਾਹੀਂ ਤੂੰ ਪ੍ਰਭੂ ਨਾਲ ਜੁੜਿਆ ਰਵੇਂਗਾ। ਰੱਬ ਨਾਲ ਜੁੜਨ ਦਾ ਤਰੀਕਾ ਕੀ ਹੈ? ਰੱਬ ਨੂੰ ਧਿਆਉਣਾ। ਬਾਣੀ 'ਚ ਕਿਸੇ ਕਰਮਕਾਂਡ ਨੂੰ ਰੱਬ ਨਾਲ ਜੁੜਨ ਦਾ ਮਾਧਿਅਮ ਜਾਂ ਤਰੀਕਾ ਨਹੀਂ ਦੱਸਿਆ ਗਿਆ। ਇਹ ਤੇ ਬੰਦਾ ਆਪਣੇ ਆਪ ਨੂੰ ਤਸੱਲੀ ਦਿੰਦਾ ਹੈ, ਔਰ ਉਹ ਕੀਤੇ ਹੋਏ ਕਰਮ ਧਰਮ ਪਾਖੰਡ ਜਿਹੜੇ ਹਨ ਉਹ ਜਮ ਲੁੱਟ ਲੈਂਦੇ ਹਨ, ਖੋਹ ਲੈਂਦੇ ਹਨ ਇਹਦੇ ਕੋਲੋਂ। ਤੋ ਜਿਤਨਾ ਕੋਈ ਰੱਬ ਨੂੰ ਧਿਆਏਗਾ, ਜਿਤਨਾ ਕੋਈ ਰੱਬ ਨੂੰ ਸਿਮਰਨ ਕਰੇਗਾ, ਇਹਨੂੰ ਮੈਡੀਟੇਟ ਕਰਨਾ ਵੀ ਕਹਿੰਦੇ ਹਨ ਅੰਗਰੇਜ਼ੀ ਵਿੱਚ, ਜਿਤਨਾ ਉਹਦਾ ਧਿਆਨ ਕੋਈ ਆਪਣੇ ਚਿੱਤ ਵਿੱਚ ਰੱਖੇਗਾ, ਯਾਦ ਰੱਖਿਓ ਉਤਨੀ ਡੂੰਘੀ ਸਾਂਝ ਉਹਦੀ ਰੱਬ ਨਾਲ ਪੈਣ ਲੱਗ ਪਵੇਗੀ। ਤੇ ਸੋ ਪੁਰਖ ਦੇ ਵਿੱਚ ਜੋ ਨਜ਼ਾਰੇ ਦੱਸੇ ਜਾ ਰਹੇ ਹਨ, ਇਹ ਸਾਰੇ ਨਜ਼ਾਰੇ ਉਹਨੂੰ ਅਨੁਭਵ ਹੋਣ ਲੱਗ ਪੈਣਗੇ। ਉਹ ਕਹੇਗਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਉਹਨੂੰ ਦਾਤੇ ਵੱਲ ਆਕਰਸ਼ਣ ਤੇ ਭਿਖਾਰੀ ਤੋਂ ਨਫ਼ਰਤ ਨਹੀਂ ਹੋਏਗੀ ਕਦੀ ਵੀ। ਉਹ ਦਾਤੇ ਪਿੱਛੇ ਭੱਜ ਕੇ ਨਹੀਂ ਜਾਵੇਗਾ ਤੇ ਭਿਖਾਰੀਆਂ ਨੂੰ ਭਜਾਵੇਗਾ ਨਹੀਂ। ਦੋਨਾਂ ਨੂੰ ਵੇਖ ਕੇ ਉਹ ਸੀਸ ਨਿਵਾਵੇਗਾ ਇਸ ਰੂਪ ਦੇ ਵਿੱਚ ਕਿ ਹੇ ਵਾਹਿਗੁਰੂ, ਇਹਨਾਂ ਦੋਨਾਂ ਦਾ ਸਿਰਜਣਹਾਰ ਤੇ ਤੂੰ ਹੈ ਹੀ, ਪਰ ਦੋਨੋਂ ਤੇਰਾ ਹੀ ਰੂਪ ਹਨ, ਦੋਨਾਂ ਵਿੱਚ ਬੈਠਾ ਵੀ ਤੂੰ ਆਪ ਹੋਇਆ ਹੈ। ਇਹ ਧਿਆਨ ਦੀ ਤਾਕਤ ਹੈ। ਰੱਬ ਨੂੰ ਧਿਆਉਣ ਦੇ ਨਾਲ ਰੱਬ ਦਾ ਗਿਆਨ ਅਰਥਾਤ ਰੱਬ ਦੀ ਡੂੰਘੀ ਸਾਂਝ ਮਨੁੱਖ ਨੂੰ ਮਿਲਦੀ ਹੈ। ਉਹ ਸੁਰਤ ਕਰਕੇ, ਧਿਆਨ ਕਰਕੇ ਰੱਬ ਦੇ ਨੇੜੇ ਜਾਂਦਾ ਹੈ ਤੇ ਸਹਿਜੇ ਸਹਿਜੇ ਉਹਨੂੰ ਹਰੇਕ ਦੇ ਵਿੱਚ ਪਰਮਾਤਮਾ ਦਿਸਣ ਲੱਗ ਪੈਂਦਾ ਹੈ। ਇਹ ਯਾਤਰਾ ਦੋ ਤਰੀਕੇ ਨਾਲ ਚੱਲਦੀ ਹੈ। ਕਦੀ ਤੇ ਸੰਸਾਰ ਤੋਂ ਤੇ ਆਪਣੇ ਘਰ ਤੱਕ ਆਉਂਦਾ ਹੈ ਕਿ ਪਹਿਲੇ ਬਾਹਰਲਿਆਂ 'ਚ ਰੱਬ ਨਜ਼ਰ ਆਇਆ, ਸਾਰਿਆਂ 'ਚ ਦਿਖਦੇ 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 ਫਿਰ ਜਿੱਥੇ ਰਹਿ ਰਿਹਾ ਹੈ ਆਪਣੇ ਪਰਿਵਾਰ 'ਚ ਦਿਸਣ ਲੱਗ ਪਿਆ ਉਹਨੂੰ ਰੱਬ। ਬਹੁਤੇ ਲੋਕਾਂ ਨੂੰ ਬਾਹਰ ਤੇ ਦਿਸਦਾ ਹੈ ਪਰ ਆਪਣੇ ਪਰਿਵਾਰ 'ਚ ਨਹੀਂ ਦਿਸਦਾ, ਯਾਦ ਰੱਖਣਾ। ਤੇ ਕਈਆਂ ਦੀ ਯਾਤਰਾ ਸ਼ੁਰੂ ਹੁੰਦੀ ਹੈ ਕਿ ਆਪਣੇ 'ਚ ਦਿਸ ਪਿਆ, ਆਪਣੇ ਪਰਿਵਾਰ 'ਚ ਦਿਸ ਪਿਆ, ਇੰਝ ਬਾਹਰ ਹੁਣ ਦ੍ਰਿਸ਼ਟੀ ਜਾਰੀ ਹੈ, ਜੋ ਦਿਸੈ ਸੋ ਤੇਰਾ ਰੂਪ ਅਨੁਭਵ ਹੋਣ ਲੱਗ ਪਿਆ। ਪਰ ਦਿਸ਼ਾ ਭਾਵੇਂ ਕੁਝ ਵੀ ਹੋਵੇ, ਇਹਦੀ ਇਹ ਬਾਹਰੋਂ ਅੰਦਰ ਆਵੇ, ਮਤਲਬ ਸੰਸਾਰ ਤੋਂ ਪਰਿਵਾਰ ਵੱਲ ਆਵੇ, ਆ ਪਰਿਵਾਰ ਤੋਂ ਸੰਸਾਰ ਵੱਲ ਜਾਵੇ। ਰੱਬ ਦੇ ਧਿਆਨ ਦੇ ਨਾਲ, ਰੱਬ ਦੇ ਨਾਲ ਡੂੰਘੀ ਸਾਂਝ ਅਰਥਾਤ ਉਹਦਾ ਗਿਆਨ ਜ਼ਰੂਰ ਮਿਲਦਾ ਹੈ, ਡੂੰਘੀ ਸਾਂਝ ਜ਼ਰੂਰ ਪੈਂਦੀ ਹੈ। ਤੇ ਇੱਥੇ ਇੱਕ ਮੈਂ ਬੇਨਤੀ ਅੱਜ ਹੋਰ ਦੁਹਰਾਵਾਂਗਾ ਜੋ ਪਿਛਲੇ ਦਿਨੀ ਦੁਹਰਾਈ ਸੀ ਕਿ ਸਭ ਧਿਆਵੇਂ ਸਭ ਧਿਆਵੇਂ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੇ ਸੱਚੇ ਸਦਾ ਥਿਰ ਰਹਿਣ ਵਾਲੇ ਸਿਰਜਣਹਾਰ, ਭਾਵ ਸਾਰਿਆਂ ਨੂੰ ਸਾਜਣ ਵਾਲੇ, ਪੈਦਾ ਕਰਨ ਵਾਲੇ ਪ੍ਰਮਾਤਮਾ, ਮੈਨੂੰ ਇਹ ਅਨੁਭਵ ਹੋ ਰਿਹਾ ਹੈ ਕਿ ਸਾਰੇ ਜੀਵ ਤੈਨੂੰ ਧਿਆ ਰਹੇ ਹਨ, ਤੈਨੂੰ ਹੀ ਧਿਆਉਂਦੇ ਹਨ, ਤੈਨੂੰ ਹੀ ਸਿਮਰਦੇ ਹਨ।
ਬਾਣੀ 'ਚ ਜ਼ਿਕਰ ਹੈ, ਮੈਂ ਦੁਹਰਾ ਰਿਹਾ ਹਾਂ ਸ਼ਬਦ, ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਵਣ ਤੇ ਭਾਦੋਂ ਦੇ ਮਹੀਨੇ 'ਚ ਇਹ ਸ਼ਬਦ ਗਾਇਆ ਜਾਂਦਾ ਹੈ ਹਰਿਮੰਦਰ ਸਾਹਿਬ ਮਲਾਰ ਰਾਗ। ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ। ਉਹ ਧਿਆਨ ਸ਼ੁਰੂ ਕਰ ਦਿੱਤਾ ਉਹਨੇ ਰੱਬ ਦਾ, ਧਿਆਨ ਲਾਉਣ ਲੱਗ ਪਿਆ। ਮਤਲਬ ਉਹ ਧਿਆਨ, ਜਿਹੜਾ ਧਿਆਨ ਇੱਧਰ ਉੱਧਰ ਭਟਕਦਾ ਸੀ ਇੰਦਰੀਆਂ ਰਾਹੀਂ। ਹੁਣ ਅਸੀਂ ਬੈਠੇ ਹਾਂ ਨਾ ਸਾਰੇ ਇੱਥੇ, ਸਾਡਾ ਧਿਆਨ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਹੈ, ਵਿਚਾਰ ਵੱਲ ਹੈ। ਇਹ ਥੋੜ੍ਹਾ ਜਿਹਾ ਬਾਹਰੋਂ ਕੋਈ ਖੜਾਕ ਆਵੇ, ਕਿਸੇ ਦੀ ਰਿੰਗਟੋਨ ਵੱਜੇ, ਫੌਰਨ ਸਾਡਾ ਧਿਆਨ ਉੱਥੇ ਚਲਾ ਜਾਂਦਾ ਹੈ। ਇਤਨਾ ਚੰਚਲ ਹੈ ਸਾਡਾ ਸਾਰਿਆਂ ਦਾ ਧਿਆਨ। ਥੋੜ੍ਹੀ ਜਿਹੀ ਆਵਾਜ਼ ਇੱਧਰੋਂ ਉੱਧਰੋਂ ਆਈ, ਇੱਕਦਮ ਸਾਡਾ ਧਿਆਨ ਇਹ ਤੇ ਸਰੋਤ ਰਾਹੀਂ ਗਿਆ, ਕੰਨਾਂ ਰਾਹੀਂ। ਬਾਕੀ ਇੰਦਰੀਆਂ ਰਾਹੀਂ ਵੀ ਸਾਡਾ ਧਿਆਨ ਜਾਂਦਾ ਹੈ। ਪਰ ਜਿਉਂ-ਜਿਉਂ ਕੋਈ ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਜਿਉਂ-ਜਿਉਂ ਬੋਲਦਾ ਹੈ, ਕਿਉਂਕਿ ਪਹਿਲੀ ਪੌੜੀ ਬੋਲਣ ਦੀ ਹੈ, ਰਟਨ ਦੀ ਹੈ। ਸਹਿਜੇ 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 ਜਿਉਂ ਕੋਈ ਬੋਲੇਗਾ, ਤੇ ਬੋਲਣਾ ਕਿਸੇ ਹੋਰ ਨੂੰ ਸੁਣਾਉਣ ਲਈ ਨਹੀਂ, ਆਪਣੇ ਆਪ ਨੂੰ ਸੁਣਾਉਣ ਲਈ ਹੈ। ਔਰ ਕਹਿੰਦੇ ਸੋਨੇ ਤੇ ਸੁਹਾਗਾ ਹੈ, ਮਿਲ ਸਾਧ ਸੰਗਤ ਹਰ ਤੋਰ। ਜੇ ਉਹ ਤੇਰੀ ਸਾਧ ਸੰਗਤ ਵਿੱਚ ਆ ਜਾਵੇ ਤੇ ਤੈਨੂੰ ਬੋਲੇ, ਤੈਨੂੰ ਗਾਏ, ਤੇਰਾ ਨਾਮ ਜਪੇ, ਇਸ ਬੋਲਣ ਦਾ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ। ਫਿਰ ਇਹਦੇ ਨਾਲ ਹੋਏਗਾ ਕਿ ਅਭਿਆਸ ਕਰਦੇ 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 ਇਹਦੇ ਜੀਵਨ ਵਿੱਚ ਅਹਿਸਾਸ ਆਏਗਾ, ਸੁਧਾਰ ਆਏਗਾ। ਕਿਉਂਕਿ ਤੁਸੀਂ ਜਿਸ ਚੀਜ਼ ਦਾ ਅਭਿਆਸ ਕੁਝ ਦਿਨ ਕਰ ਲਓ ਨਾ, ਪ੍ਰੈਕਟਿਸ ਕਰ ਲਓ, ਤੁਹਾਨੂੰ ਉਹਦੀ ਪਰਫੈਕਸ਼ਨ ਮਿਲਣੀ ਸ਼ੁਰੂ ਹੋ ਜਾਏਗੀ। ਤੁਸੀਂ ਸਾਰਿਆਂ ਨੇ ਡਰਾਈਵਿੰਗ ਸਿੱਖੀ, ਤੇ ਪਹਿਲੇ ਦਿਨ ਜਦੋਂ ਸਿੱਖੀ ਸੀ ਤੇ ਹੋ ਸਕਦਾ ਹੈ ਡਰ ਸੀ ਮਨ ਵਿੱਚ। ਕੋਈ ਕਲਾ ਲੈ ਲਓ ਤੁਸੀਂ, ਜਿਉਂ-ਜਿਉਂ ਤੁਸੀਂ ਅਭਿਆਸ ਕੀਤਾ, ਅਭਿਆਸ ਕਰਦੇ 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 ਕਰਦੇ, ਪਹਿਲੇ ਸਿਖਾਉਣ ਵਾਲੇ ਇੰਸਟਰਕਟਰ ਦੀ ਲੋੜ ਸੀ, ਹੁਣ ਬੰਦਾ ਇਕੱਲਾ ਹੀ ਨਿਕਲ ਜਾਂਦਾ ਹੈ, ਕਿਸੇ ਦੀ ਜ਼ਰੂਰਤ ਨਹੀਂ। ਕਿਉਂ? ਉਹ ਗੁਣ, ਉਹ ਹੁਨਰ, ਉਹ ਕਲਾ ਅੰਦਰ ਆ ਗਈ। ਹੁਣ ਤੁਸੀਂ ਉਹ ਦਿਖਾਤੇ ਨਹੀਂ ਪਾਓਗੇ ਨਾ ਕਿਸੇ ਨੂੰ ਵੀ ਮੇਰੇ ਅੰਦਰ ਡਰਾਈਵਿੰਗ ਕਿੱਥੇ ਹੈ, ਉਹ ਹੁਨਰ ਕਿੱਥੇ ਹੈ, ਉਹ ਕਲਾ ਕਿੱਥੇ ਹੈ, ਜੋ ਮੈਂ ਸਿੱਖਿਆ ਹੈ ਉਹ ਸਿਖਲਾਈ ਕਿੱਥੇ ਹੈ। ਬੰਦੇ ਦਾ ਸਰੀਰ ਵੇਖਿਆ ਜਾ ਸਕਦਾ ਹੈ, ਪਰ ਉਹਦੇ ਅੰਦਰ ਗੁਣ ਜਾਂ ਅਵਗੁਣਾਂ ਨੂੰ ਨਹੀਂ ਵੇਖ ਸਕਦਾ। ਹਾਂ, ਗੁਣ ਤੇ ਅਵਗੁਣਾਂ ਨੂੰ ਬੰਦਾ ਆਪਣੇ ਮਨ, ਬਚਨ ਔਰ ਕਰਮਾਂ ਰਾਹੀਂ ਲੋਕਾਂ ਨਾਲ ਵੰਡਦਾ ਹੈ, ਲੋਕਾਂ ਨੂੰ ਵੰਡਦਾ ਹੈ। ਤੇ ਉਹਦੇ ਵਤੀਰੇ ਨੂੰ ਵੇਖ ਕੇ ਤੇ ਲੋਕ ਕਹਿੰਦੇ ਬਈ ਇਹ, ਕਈ ਵਾਰ ਕਹਿੰਦੇ ਵੀ ਮਿੱਠ ਬੋਲੜਾ ਹੈ, ਕਈ ਵਾਰ ਕਹਿੰਦੇ ਖਰਵਾ ਹੈ, ਕਈ ਵਾਰ ਕਹਿੰਦੇ ਹੰਕਾਰੀ ਹੈ, ਕਈ ਵਾਰ ਕਹਿੰਦੇ ਬੜਾ ਨਿਮਰਤਾ ਵਾਲਾ ਹੈ। ਜੋ ਅਸੀਂ ਵਿਵਹਾਰ ਬੋਲਾਂ ਰਾਹੀਂ, ਮਨ, ਬਚਨ ਔਰ ਕਰਮ ਰਾਹੀਂ ਲੋਕਾਂ ਨੂੰ ਦੇ ਰਹੇ ਹਾਂ, ਦੁਨੀਆ ਨੂੰ ਦੇ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਦਾ ਜ਼ਿਕਰ ਕੀਤਾ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਮੈਂ ਆਪਣੇ ਵਿਸ਼ੇ ਵੱਲ ਹੀ ਆਵਾਂ ਜੀ, ਕਿ ਜਿਉਂ-ਜਿਉਂ ਉਹ ਧਿਆਨ ਧਰੇਗਾ, ਉਹਨੂੰ ਇਹ ਮਹਿਸੂਸ ਹੋ ਜਾਏਗਾ ਕਿ ਇਕੱਲਾ ਮੈਂ ਨਹੀਂ ਰੱਬ ਨੂੰ ਧਿਆਰਿਆ, ਪਤਾ ਨਹੀਂ ਅਣਗਿਣਤ ਜੀਵ ਸਭ ਧਿਆਵੇਂ, ਸਭ ਧਿਆਵੇਂ ਤੁਧ ਜੀ। ਇਹ ਉਸ ਸਿਧਾਂਤ ਤੇ ਕੰਮ ਕਰ ਰਿਹਾ ਹੈ, ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਰੋਗੀ ਦੇ ਭਾਣੇ ਸਾਰੇ ਰੋਗੀ ਹਨ। ਇਸੇ ਤਰ੍ਹਾਂ ਜਿਹੜਾ ਰੱਬ ਨੂੰ ਧਿਆਉਂਦਾ ਪਿਆ ਹੈ, ਉਹਨੂੰ ਵੀ ਲੱਗਦਾ ਹੈ ਵੀ ਸਾਰੇ ਹੀ ਧਿਆ ਰਹੇ ਹਨ, ਉਹਨੂੰ ਲੱਗਦਾ ਹੈ ਸਾਰੇ ਹੀ ਸਿਮਰ ਰਹੇ ਹਨ, ਉਹਨੂੰ ਸਾਰੇ ਹੀ ਗਾ ਰਹੇ ਹਨ ਉਹਨੂੰ। ਤੇ ਜਿਹੜੇ ਬਾਅਦ ਵਿੱਚ ਆਏ, ਮੈਂ ਫਿਰ ਬੇਨਤੀ ਕਰਦੇ ਹਾਂ, ਕਈ ਲੋਕ ਪ੍ਰਸ਼ਨ ਕਰਦੇ ਵੀ ਸਾਰੇ ਨਹੀਂ ਗਾ ਸਕਦੇ। ਬੜੇ ਲੋਕ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੋ ਜਾਂਦੇ ਹਨ, ਪਰ ਮੈਂ ਬੇਨਤੀ ਕਰਾਂ, ਰੱਬ ਦੀ ਹੋਂਦ ਨੂੰ ਨਕਾਰਨ ਲਈ
ਜ਼ਿਕਰ ਤੇ ਰੱਬ ਦਾ ਕਰਨਾ ਹੀ ਪਏਗਾ ਨਾ, ਵੈਸੇ ਰੱਬ ਨੂੰ ਨਹੀਂ ਮੰਨਦੇ, ਜ਼ਿਕਰ ਆ ਗਿਆ ਉੱਥੇ, ਸਮਝਿਓ। ਇਸ ਕਰਕੇ ਸਭ ਧਿਆਵੇਂ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਹੇ ਸਦਾ ਥਿਰ ਰਹਿਣ ਵਾਲੇ ਸਾਰਿਆਂ ਦੇ ਸਿਰਜਣਹਾਰ ਪ੍ਰਭੂ, ਇੱਕ ਤੇ ਤੂੰ ਸੱਚਾ ਹੈ। ਰਚਨਾ ਮਿਟ ਜਾਵੇਗੀ, ਕੁਦਰਤ ਮਿਟ ਜਾਵੇਗੀ, ਪਰ ਰਚਨਹਾਰ ਔਰ ਕਾਦਰ ਨਹੀਂ ਮਿਟੇਗਾ। ਕ੍ਰਿਤ ਮਿਟ ਜਾਏਗੀ, ਕਰਤਾ ਨਹੀਂ ਮਿਟੇਗਾ ਕਦੀ ਵੀ, ਕਿਉਂਕਿ ਉਹ ਮਿਟਣ ਵਾਲਾ ਹੈ ਹੀ ਨਹੀਂ, ਅਕਾਲ ਹੈ ਉਹ, ਅਕਾਲ ਮੂਰਤ। ਬਣਨਾ ਔਰ ਮਿਟਣਾ ਇਹ ਸਭ ਕਾਲ ਦੇ ਥੱਲੇ ਹੈ, ਕਾਲ ਦੇ ਅੰਦਰ ਹੈ। ਔਰ ਇੱਕ ਬੇਨਤੀ ਹੋਰ ਕਰ ਦੇਵਾਂ, ਜਦੋਂ ਕੋਈ ਅਕਾਲ ਨੂੰ ਸਿਮਰਨਾ ਸ਼ੁਰੂ ਕਰ ਦਿੰਦਾ ਹੈ, ਸਿਮਰਦਿਆਂ 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 ਇੱਕ ਵਕਤ ਐਸਾ ਆਉਂਦਾ ਹੈ, ਅਕਾਲ ਉਸ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਉਹਦਾ ਹੁਣ ਸਰੀਰ ਅਗਰ ਮਿਟ ਵੀ ਗਿਆ, ਕਿਉਂਕਿ ਸਰੀਰ ਦੀ ਮਿਆਦ ਹੈ, ਉਹਨੇ ਮਿਟਣਾ ਹੈ। ਉਹਨੂੰ ਜਦੋਂ ਪਤਾ ਲੱਗਦਾ ਹੈ ਨਾ ਬਈ ਸਰੀਰ ਮਿਟਣ ਵਾਲਾ ਹੈ, ਸਰੀਰ ਮਿਟਣ ਤੋਂ ਪਹਿਲੇ ਅੰਦਰ ਗਾਂਦਾ ਜ਼ਰੂਰ ਹੈ ਇੱਕ ਗੱਲ, ਬਹੁਰ ਹਮ ਕਾਹੇ ਆਵੇਂਗੇ, ਉਹ ਆਖ ਦਿੰਦਾ ਹੈ। ਸਤਿਗੁਰੂ ਨੇ ਦੱਸਿਆ, ਨਾਨਕ ਬੱਧਾ ਘਰ ਤਹਾਂ, ਜਿੱਥੈ ਮਿਰਤ ਨਾ ਜਨਮ ਜਰਾ। ਉਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਦੁਬਾਰਾ ਮੇਰਾ ਆਵਾਗਮਨ ਨਹੀਂ ਹੋਣ ਵਾਲਾ। ਇਹ ਧਿਆਨ ਦੀ ਤਾਕਤ ਹੈ, ਇਹ ਸਿਮਰਨ ਦਾ ਫਲ ਹੈ। ਇਸ ਕਰਕੇ ਨਾ ਸਿਮਰਦੇ ਰਹਿਣਾ ਕਿ ਸਿਮਰਨ ਕਰਾਂਗੇ, ਜਪਾਂਗੇ ਤੇ ਰੱਬ ਤੋਂ ਐ ਮੰਗ ਲਾਂਗੇ, ਉਹ ਮੰਗ ਲਵਾਂਗੇ। ਜੋ ਵੀ ਮੰਗੋਗੇ ਉਹਨੂੰ ਮਾਣਨ ਲਈ, ਭੋਗਣ ਲਈ ਫਿਰ ਸਰੀਰ ਲੈਣਾ ਪਵੇਗਾ। ਤੇ ਇਸ ਘਰ ਚੋਂ ਵਾਰ-ਵਾਰ ਅਰਦਾਸ ਕੀਤੀ ਜਾਂਦੀ ਹੈ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲੇਹੋ। ਵਾਹਿਗੁਰੂ ਮੇਰਾ ਜਨਮ ਮਰਨ ਨਿਵਰਤ ਕਰ ਦੇ, ਬਸ ਮੈਨੂੰ ਉੱਥੇ ਲੈ ਜਾ, ਮੈਨੂੰ ਉੱਥੇ ਜੋੜ ਲੈ, ਜਿੱਥੇ ਜਾ ਕੇ ਜਿੱਥੋਂ ਫਿਰ ਦੁਬਾਰਾ ਬਹੁਰ ਨਾ ਹੋਏਗੋ ਫੇਰਾ, ਦੁਬਾਰਾ ਫੇਰਾ ਨਾ ਪਾਣਾ ਪਵੇ ਸੰਸਾਰ ਤੇ। ਤੋ ਜਪਣ ਵਾਲਾ, ਧਿਆਨ ਵਾਲਾ ਜਿਉਂ-ਜਿਉਂ ਧਿਆਉਂਦਾ ਹੈ, ਉਹਨੂੰ ਇਹ ਲੱਗਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਮ੍ਰਿਗ ਹਿਰਨ, ਮੀਨ ਮੱਛੀ, ਪੰਖੇਰੂ ਪੰਛੀ ਭਾਵ ਜ਼ਮੀਨ ਤੇ ਰਹਿਣ ਵਾਲੇ, ਪਾਣੀ ਵਿੱਚ ਰਹਿਣ ਵਾਲੇ, ਆਕਾਸ਼ ਵਿੱਚ ਰਹਿਣ ਵਾਲੇ। ਇਹਨੂੰ ਕਹਿੰਦੇ ਜਲ ਥਲ ਮਹੀਲ। ਭਾਵੇਂ ਥਲ ਤੇ ਜ਼ਮੀਨ ਤੇ ਰਹਿਣ ਵਾਲੇ ਜਿਤਨੇ ਹਨ, ਪੈਰਾਂ ਵਾਲੇ ਜੀਵ, ਰੇਂਗਣ ਵਾਲੇ ਹਨ, ਪਾਣੀ ਵਿੱਚ ਰਹਿਣ ਵਾਲੇ ਹਨ ਜਾਂ ਆਕਾਸ਼ ਵਿੱਚ ਰਹਿਣ ਵਾਲੇ ਹਨ। ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇੱਕ ਚਿੜੀ ਚਹਿਕਦੀ ਹੈ ਤੇ ਭਗਤ ਆਖਦਾ ਹੈ, ਵਾਹਿਗੁਰੂ ਇਹ ਚਿੜੀ ਵੀ ਤੂੰ ਕਰ ਰਹੀ ਹੈ। ਇੱਕ ਸ਼ੇਰ ਦਹਾੜਦਾ ਹੈ, ਉਹ ਆਖਦਾ ਹੈ, ਵਾਹਿਗੁਰੂ ਇਹ ਤੈਨੂੰ ਹੀ ਤੇ ਜਪ ਰਿਹਾ ਹੈ। ਇੱਕ ਕੋਇਲ ਬੋਲਦੀ ਹੈ, ਉਹਨੂੰ ਲੱਗਦਾ ਹੈ ਵਾਹਿਗੁਰੂ ਇਹ ਤੇਰੀ ਤੇ ਗੀਤ ਗਾ ਰਹੀ ਹੈ। ਭਾਵੇਂ ਉਹਨਾਂ ਦੀ ਆਵਾਜ਼ ਵਿੱਚ ਅਲਫਾਜ਼ ਨਹੀਂ ਹਨ, ਪਰ ਉਸ ਨਾਦ ਵਿੱਚ ਉਹਨਾਂ ਨੂੰ ਰੱਬ ਦੀ ਨਾਦ ਸੁਣਾਈ ਦਿੰਦੀ ਹੈ, ਭਗਤੀ ਕਰਨ ਵਾਲਿਆਂ ਨੂੰ। ਬਾਣੀ 'ਚ ਇੱਕ ਦਿੱਤਾ ਗਿਆ ਉਦਾਹਰਣ, ਚਿੜੀ ਚਹੁੱਕੀ ਪੌ ਫੁੱਟੀ। ਤੇ ਮੈਂ ਕਈ ਵਾਰ ਇਸ ਚੀਜ਼ ਨੂੰ ਸਮਝਿਆ ਕਿ ਚਿੜੀ ਚਹਿਕਦੀ ਹੈ, ਪੌ ਫੁਟਾਲਾ ਹੋਇਆ। ਭਗਤ ਪਤਾ ਕੀ ਆਖਦਾ ਹੈ ਕਿ ਚਿੜੀ ਮੈਨੂੰ ਉਠਾ ਰਹੀ ਹੈ, ਮੈਨੂੰ ਉਠਾਉਣ ਵਾਸਤੇ ਆਈ ਹੈ, ਮੇਰੇ ਬਨੇਰੇ ਤੇ ਬੈਠੀ ਹੈ, ਮੇਰੇ ਘਰ ਤੇ ਆ ਕੇ ਬੈਠੀ। ਉਹਦੇ ਅੰਦਰੋਂ ਇਹ ਭਾਵ ਨਿਕਲਦੇ ਹਨ। ਤੇ ਮੈਂ ਉਹ ਗੱਲ ਅੱਜ ਫਿਰ ਦੁਹਰਾਵਾਂਗਾ ਜੋ ਕੁਛ ਦਿਨ ਪਹਿਲੇ ਰੱਖੀ ਸੀ। ਜਿਹੜੇ ਜੀਵੰਤ ਜੀਵ ਹਨ, ਜਿਨ੍ਹਾਂ 'ਚ ਜਾਨ ਹੈ, ਜਿੰਦ ਵਾਲੇ ਹਨ, ਉਹਨਾਂ 'ਚੋਂ ਤੇ ਰੱਬ ਦੀ ਆਵਾਜ਼ ਆ ਹੀ ਰਹੀ ਹੈ। ਬਾਣੀ ਕਹਿੰਦੀ ਹੈ, ਹਰਹਟ ਵੀ ਤੂੰ ਕਰੈ ਬੋਲੇ ਭਲੀ ਬਾਣ। ਹੈ ਹਰਹਟ ਦੀ ਟਕ 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 ਦੀ ਆਵਾਜ਼ ਜਦੋਂ ਆਉਂਦੀ ਹੈ, ਹੁਣ ਉਹਦੇ 'ਚ ਜਾਨ ਨਹੀਂ ਹੈ, ਉਹਨੂੰ ਇੱਕ ਜੀਵ ਚਲਾ ਰਿਹਾ ਹੈ। ਬੈਲ ਚਲਾਉਂਦੇ ਸਨ ਅਕਸਰ, ਪਰ ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ ਜਦੋਂ ਹਰਹਟ ਦੀ ਆਵਾਜ਼ ਆਉਂਦੀ ਹੈ ਨਾ,
ਮੈਨੂੰ ਲੱਗਦਾ ਹੈ ਹਰ ਹਟ ਵੀ ਕਹਿ ਰਹੀ ਹੈ ਤੂੰ 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 ਤੂੰ। ਸਾਰੀ ਧਿਆਨ ਦੀ ਖੇਡ ਹੈ। ਸਭ ਧਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਇੱਥੇ ਮੈਂ ਉਚਾਰਨ ਸੰਬੰਧੀ ਇੱਕ ਬੇਨਤੀ ਕਰ ਦੇਵਾਂ। ਸਭ ਜੀ ਜੱਜੇ ਨੂੰ ਬਿਹਾਰੀ ਹੈ ਔਰ ਐੜਾ ਪੂਰਾ ਹੈ। ਆਪ ਕਿਉਂਕਿ ਪਾਠ ਸੋਦਰ ਦਾ ਰੋਜ਼ ਕਰਦੇ ਹੋ, ਉਹਦੇ 'ਚ ਸੋ ਪੁਰਖ ਆਉਂਦਾ ਹੈ ਰਹਿਰਾਸ ਸਾਹਿਬ 'ਚ। ਇਹਨੂੰ ਲੋਕ ਜੀ ਪੜ੍ਹ ਜਾਂਦੇ ਹਨ ਸਿਰਫ। ਇਹ ਹੈ ਜੀ, ਐੜਾ ਪੂਰਾ ਬੁਲਾਣਾ ਹੈ। ਸਭ ਜੀ ਤੁਮਾਰੇ ਜੀ, ਅੱਗੇ ਜੀ ਹੈ ਕੱਲਾ। ਤੋ ਇਹਦਾ ਉਚਾਰਨ ਜੇ ਕੋਈ ਜੀ ਕਰਦਾ ਹੈ ਸਿਰਫ, ਮਤਲਬ ਜੱਜੇ ਨੂੰ ਬਿਹਾਰੀ ਵਾਲਾ ਉਚਾਰਨ ਸਿਰਫ ਕਰਕੇ ਅੱਗੇ ਚਲਾ ਜਾਂਦਾ ਹੈ, ਤੇ ਇਸ ਉਚਾਰਨ ਨੂੰ ਦੁਰੁਸਤ ਕਰਨਾ ਹੈ। ਅੱਗੇ ਪੂਰਾ ਐੜਾ ਲੱਗਿਆ ਹੋਇਆ ਹੈ ਮੁਕਤਾ। ਉਚਾਰਨ ਹੋਏਗਾ ਸਭ ਜੀ ਤੁਮਾਰੇ ਜੀ। ਕਿ ਹੇ ਵਾਹਿਗੁਰੂ, ਜਿਤਨੇ ਵੀ ਜੀਵ ਹਨ, ਜਿਤਨੇ ਵੀ ਜੀਵ ਹਨ, ਇਹ ਸਾਰੇ ਤੇਰੇ ਹੀ ਹਨ, ਭਾਵ ਤੇਰੇ ਹੀ ਪੈਦਾ ਕੀਤੇ ਹੋਏ ਹਨ। ਤੇ ਜੇ ਹੁਣ ਤੂੰ ਪੈਦਾ ਕੀਤਾ ਹੈ ਤੇ ਪਾਲਣ ਦੀ ਜ਼ਿੰਮੇਵਾਰੀ ਵੀ ਤੇਰੀ ਹੈ। ਤੂੰ ਜੀਆਂ ਕਾ ਦਾਤਾਰਾ। ਮੈਂ ਸੁਖਮਨੀ ਸਾਹਿਬ ਜਦੋਂ ਆਪ ਪੜ੍ਹਦੇ ਹੋ ਸਾਰੇ, ਮੈਂ ਵੀ ਪੜ੍ਹਦਾ ਹਾਂ, ਤੇ ਉੱਥੇ ਇੱਕ ਬੜੀ ਕਮਾਲ ਦੀ ਪੰਕਤੀ ਆਉਂਦੀ ਹੈ, ਪ੍ਰਤ ਪਾਲੈ ਜੀਅਨ ਬਹੁ ਭਾਂਤ। ਬਹੁ ਭਾਂਤ ਨੂੰ ਅੰਡਰਲਾਈਨ ਕਰਕੇ ਕਦੀ ਸਮਝਣਾ। ਜੀਅਨ ਔਰ ਜੀ ਇੱਕੋ ਹੀ ਗੱਲ ਹੈ। ਜੀਅਨ ਦਾ ਮਤਲਬ ਹੈ ਜੀਵਾਂ ਨੂੰ, ਔਰ ਪ੍ਰਤਪਾਲੈ ਦਾ ਅਰਥ ਹੈ ਰੱਬ ਪ੍ਰਤਪਾਲਣਾ ਕਰਦਾ ਹੈ, ਪਾਲਦਾ ਹੈ। ਕਿਹਨਾਂ ਨੂੰ? ਜੀਵਾਂ ਨੂੰ। ਕਿਵੇਂ ਪਾਲਦਾ ਹੈ? ਬਹੁ ਭਾਂਤ। ਕੋਈ ਇੱਕ ਤਰੀਕਾ ਨਹੀਂ ਹੈ ਰੱਬ ਦਾ ਜੀਵਾਂ ਨੂੰ ਪਾਲਣ ਦਾ। ਪਤਾ ਨਹੀਂ ਕਿਤਨੇ ਤਰੀਕੇ ਹਨ ਰੱਬ ਦੇ ਕੋਲ ਜੀਵਾਂ ਨੂੰ ਪਾਲਣ ਦੇ। ਉਹਨਾਂ ਤਰੀਕਿਆਂ 'ਚੋਂ ਇੱਕ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਇਹ ਵਾਲਾ ਪੜ੍ਹਨਾ ਆਪ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ। ਪੂਰਾ ਨਹੀਂ ਲਵਾਂਗਾ ਕਿਉਂਕਿ ਸਮਾਂ ਹੋ ਰਿਹਾ ਹੈ। ਇਹਦੇ ਵਿੱਚ ਅੱਗੇ ਪੰਕਤੀ ਆਉਂਦੀ ਹੈ, ਜੀਆਂ ਕਾ ਆਹਾਰ ਜੀ। ਰੱਬ ਨੇ ਜੀਵਾਂ ਦੀ ਪ੍ਰਤਪਾਲਣਾ ਕਰਨ ਲਈ ਜੀਵਾਂ ਨੂੰ ਜੀਵ ਹੀ ਦਾਤ ਵਿੱਚ ਦੇ ਦਿੱਤਾ, ਕਿ ਇੱਕ ਜੀਵ ਦੂਸਰੇ ਜੀਵ ਨੂੰ ਆਪਣਾ ਆਹਾਰ ਬਣਾ ਰਿਹਾ ਹੈ। ਔਰ ਇਹ ਯਾਦ ਰੱਖਣਾ, ਅਸੀਂ ਸਾਰੇ ਇੱਕ ਚੱਕਰ ਵਿੱਚ ਹਾਂ। ਇੱਕ ਫੂਡ ਚੇਨ ਆਪ ਸਾਰੇ ਜਾਣਦੇ ਹੋ, ਉਸ ਤਰੀਕੇ ਦਾ ਜ਼ਿਕਰ ਪੜ੍ਹਿਆ ਹੈ ਅਸਾਂ ਨੇ। ਇੱਕ ਚੱਕਰ ਹੁੰਦਾ ਹੈ, ਫਲਾਣੇ ਜੀਵ ਨੇ ਘਾਹ ਖਾਧੀ, ਉਸ ਨੂੰ ਕਿਸੇ ਜੀਵ ਨੇ ਖਾ ਲਿਆ, ਉਸ ਨੂੰ ਕਿਸੇ ਜੀਵ ਨੇ ਖਾ ਲਿਆ, ਉਹ ਫਿਰ ਵਾਪਸ ਘਾਹ ਦੇ ਰੂਪ ਤੋਂ ਫਿਰ ਦੁਬਾਰਾ ਉਸ ਚੱਕਰ ਦੇ ਵਿੱਚ ਵਾਪਸ ਆ ਗਿਆ। ਇਹ ਸਾਰਾ ਚੱਕਰ ਰੱਬ ਨੇ ਚਲਾਇਆ ਹੋਇਆ ਹੈ ਕਿ ਜੀਆਂ ਕਾ ਆਹਾਰ। ਸਾਇੰਟੀਫਿਕ ਹੈ ਬਾਣੀ ਪੂਰੀ। ਜਿਹੜੇ ਆਖਦੇ ਨਾ ਜੀ ਕਿ ਕਿਧਰੇ ਵਿਗਿਆਨ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਸ 'ਚ ਕੌਂਟਰਾਡਿਕਸ਼ਨ ਹੈ, ਵਿਰੋਧਾਭਾਸ ਹੈ, ਕੁਛ ਵੀ ਨਹੀਂ ਹੈ। ਬਸ ਇਹ ਸਮਝ ਲੈਣਾ ਕਿ ਇੱਕ ਵਿਗਿਆਨੀ ਜਿਹੜੀ ਖੋਜ ਸਾਹਮਣੇ ਭੌਤਿਕ ਚੀਜ਼ਾਂ ਨੂੰ ਵੇਖ ਕੇ ਹੀ ਕਰਦਾ ਹੈ, ਇੱਕ ਭਗਤ ਉਹ ਸਾਰੀ ਖੋਜ, ਉਹ ਸਾਰਾ ਗਿਆਨ ਧਿਆਨ ਵਿੱਚੋਂ ਪ੍ਰਾਪਤ ਕਰ ਲੈਂਦਾ ਹੈ। ਉਹਨੂੰ ਨਾ ਕਿਸੇ ਮਾਈਕਰੋਸਕੋਪ ਦੀ ਲੋੜ ਹੈ, ਉਹਨੂੰ ਨਾ ਕਿਸੇ ਡਿਵਾਈਸ ਦੀ ਲੋੜ ਹੈ। ਉਹ ਸਿਰਫ ਧਿਆਨ ਵਿੱਚ ਬੈਠਦਾ ਹੈ, ਤੇ ਉਹਦੇ ਧਿਆਨ ਵਿੱਚ ਜਿਉਂ ਧਿਆਨ ਪਰਪੱਕ ਹੁੰਦਾ ਹੈ, ਉਹਦੇ ਸਾਹਮਣੇ ਉਹ ਸਾਰੇ ਨਜ਼ਾਰੇ ਚੱਲਣ ਲੱਗ ਪੈਂਦੇ ਹਨ। ਯਾਦ ਰੱਖਿਓ ਇਹ ਗੱਲ। ਉਹਨੂੰ ਸਮਝ ਆ ਗਈ। ਬਸ ਫਰਕ ਕਿਤਨਾ ਹੈ, ਜਿਸ ਦਿਨ ਵਿਗਿਆਨ ਅਗਰ ਕਦੀ ਰੱਬ ਦੀ ਹੋਂਦ ਨੂੰ ਮੰਨ ਲਵੇਗਾ, ਜੋ ਨਹੀਂ ਮੰਨਦਾ ਕਦੀ ਵੀ, ਉਸ ਦਿਨ ਯਾਦ ਰੱਖਣਾ ਵਿਗਿਆਨ ਵਰਗੀ ਦਾਤ ਨਹੀਂ ਹੋਏਗੀ ਕੋਈ। ਕਾਰਨ ਹੈ ਇਹਦਾ, ਕਿਉਂਕਿ ਜੇ ਇੱਕ ਵਿਗਿਆਨੀ ਕੋਲ ਭਾਵਨਾ ਔਰ ਸ਼ਰਧਾ ਔਰ ਵਿਸ਼ਵਾਸ ਆ ਜਾਵੇ, ਉਹ ਕਿਤੇ ਦਾ ਕਿਤੇ ਪਹੁੰਚ ਸਕਦਾ ਹੈ। ਪਰ ਫਿਰ ਰੱਬ ਦਾ ਭਾਣਾ ਹੈ ਨਾ, ਉਹਨੇ ਗਿਆਨ ਦਾ ਭੰਡਾਰ, ਖੋਜ ਦੀ ਲਗਨ ਔਰ ਤਾਕਤ ਤੇ ਦੇ ਦਿੱਤੀ, ਪਰ ਸ਼ਰਧਾ ਤੋਂ, ਆਪਣੇ ਅਸਤਿਤਵ ਤੋਂ ਉਹਨੂੰ ਵਾਂਝਾ ਰੱਖ ਦਿੱਤਾ।
ਬਈ ਤੂੰ ਉਲਝ ਐਸੇ ਹੀ ਪਾਸੇ। ਖੋਜੀ ਜਾ ਪਦਾਰਥ ਨੂੰ ਔਰ ਇਨਕਾਰ ਕਰੀ ਜਾ ਮੇਰੀ ਹੋਂਦ ਤੋਂ। ਕੀ ਉਸ ਨੂੰ ਰੱਬ ਨੇ ਨਹੀਂ ਬਣਾਇਆ? ਬਿਲਕੁਲ, ਸੱਚਾ ਸਿਰਜਣਹਾਰ ਹੀ ਤੇ ਹੈ ਉਸ ਦਾ। ਇਸ ਕਰਕੇ ਯਾਦ ਰੱਖਿਓ, ਗੁਰਬਾਣੀ ਸਾਫ਼ ਕਹਿੰਦੀ ਹੈ, ਸਭ ਜੀ ਤੁਮਾਰੇ ਜੀ। ਕੋਈ ਵੀ ਹੋਵੇ ਹੈ ਤੇਰਾ ਹੀ ਪੈਦਾ ਕੀਤਾ ਹੋਇਆ, ਕਿਤਨਾ ਚੰਗਾ ਜਾਂ ਕਿਤਨਾ ਭੈੜਾ ਹੀ ਕਿਉਂ ਨਾ ਹੋਵੇ। ਇਹ ਚੰਗਿਆਈ ਔਰ ਬੁਰਿਆਈ ਤੇ ਹਰ ਮਨੁੱਖ, ਹਰ ਵਿਅਕਤੀ ਲਈ ਅਲੱਗ ਅਲੱਗ ਆਖੇਗਾ। ਮੈਨੂੰ ਯਾਦ ਆਉਂਦਾ ਹੈ, ਕੁਛ ਇੱਕ ਦਿਨ ਹੋਏ ਹਨ, ਇੱਕ ਜ਼ਿਕਰ ਆਪ ਨਾਲ ਸਾਂਝਾ ਕੀਤਾ ਸੀ। ਕਿਸੇ ਵਿਅਕਤੀ ਬਾਰੇ ਤੁਸੀਂ 10 ਲੋਕਾਂ ਤੋਂ ਪੁੱਛੋ, 10 ਹੀ ਲੋਕ ਤੁਹਾਨੂੰ ਵੱਖ-ਵੱਖ ਰਾਏ ਦੇ ਦੇਣਗੇ, ਉਹਦੇ ਸੁਭਾਅ ਬਾਰੇ ਦੱਸਣਗੇ। ਆਪਣਾ ਹੀ ਲੈ ਲਓ, ਸਾਡੇ ਬਾਰੇ, ਹਰ ਇੰਡੀਵਿਜੂਅਲ ਦੇ ਬਾਰੇ 10 ਲੋਕਾਂ ਦੀਆਂ ਵੱਖ-ਵੱਖ ਅਲੱਗ-ਅਲੱਗ ਸੋਚਾਂ ਹੋਣਗੀਆਂ। ਕੋਈ ਕਹੇਗਾ ਬੜਾ ਚੰਗਾ ਹੈ, ਕੋਈ ਕਹੇਗਾ ਠੀਕ ਹੈ, ਕੋਈ ਕਹੇਗਾ ਬੜਾ ਭੈੜਾ ਹੈ। ਯਾਦ ਰੱਖਣਾ, ਇਹ ਤੇ ਜਿਵੇਂ ਜਿਵੇਂ ਸਾਡਾ ਕਿਸੇ ਨਾਲ ਵਾਹ ਪਿਆ, ਪਰਿਸਥਿਤੀਆਂ ਬਣੀਆਂ, ਅਸੀਂ ਕਿਸੇ ਦੇ ਕੰਮ ਆਏ, ਕਿਧਰੇ ਨਹੀਂ ਵੀ ਆ ਸਕੇ ਮਜਬੂਰੀ ਕਰਕੇ, ਕਿਧਰੇ ਵੈਰ ਆਦਿ ਕਰਕੇ, ਸਭ ਕੁਛ ਹੁੰਦਾ ਹੈ ਅੰਦਰ। ਤੇ ਹਰ ਬੰਦੇ ਨੇ ਸਾਡੇ ਪ੍ਰਤੀ ਆਪਣੀ ਇੱਕ ਅਲੱਗ ਧਾਰਨਾ ਬਣਾ ਲਈ। ਹਰ ਬੰਦੇ ਨੇ ਇੱਕ ਸਾਡੇ ਪ੍ਰਤੀ ਇੱਕ ਮਾਈਂਡਸੈਟ ਕਾਇਮ ਕਰ ਲਿਆ। ਪਰ ਸਤਿਗੁਰੂ ਕਹਿੰਦੇ, ਚਾਹੇ ਕੋਈ ਕਿਤਨਾ ਵੀ ਭੈੜਾ ਕਿਉਂ ਨਾ ਹੋਵੇ ਤੇ ਚਾਹੇ ਕੋਈ ਕਿਤਨਾ ਵੀ ਚੰਗਾ ਕਿਉਂ ਨਾ ਹੋਵੇ, ਸਭ ਜੀ ਤੁਮਾਰੇ ਜੀ। ਔਰ ਮਜ਼ੇ ਦੀ ਗੱਲ ਕੀ ਹੈ, ਤੂੰ ਜੀਆਂ ਕਾ ਦਾਤਾਰਾ, ਅਕਿਰਤ ਕਣਾਂ ਨੂੰ ਵੀ ਤੂੰ ਪਾਲਣ ਵਾਲਾ ਹੈ। ਐਸਾ ਕਦੀ ਨਹੀਂ ਹੋਇਆ ਕਿ ਜਿਹੜੇ ਤੈਨੂੰ ਨਹੀਂ ਮੰਨਦੇ, ਜਿਹੜੇ ਕਹਿੰਦੇ ਰੱਬ ਨਹੀਂ ਹੈ, ਉਹਨਾਂ ਦੀ ਪ੍ਰਤਪਾਲਣਾ ਤੂੰ ਨਾ ਕਰਦਾ ਹੋਵੇਂ। ਕਈ ਵਾਰ ਤੇ ਭਗਤ ਬੜੇ ਆਪਣੇ ਮਨ ਵਿੱਚੋਂ ਨਾ ਅੰਦਰ ਇੱਕ ਟੀਸ ਜਿਹੀ ਆਉਂਦੀ ਹੈ ਉਹਨਾਂ ਦੇ, ਵਾਹਿਗੁਰੂ ਤੂੰ ਸਾਨੂੰ ਖਾਲੀ ਰੱਖ ਦਿੱਤਾ, ਘੱਟ ਦਿੱਤਾ, ਜਿਹੜੇ ਤੈਨੂੰ ਨਹੀਂ ਮੰਨਦੇ, ਤੇਰਾ ਨਾਮ ਨਹੀਂ ਜਪਦੇ, ਉਹਨਾਂ ਦੀਆਂ ਲਹਿਰਾਂ ਬਹਿਰਾਂ ਤੂੰ ਕਰ ਦਿੱਤੀਆਂ। ਇਹੀ ਲੋਕ ਸ਼ਬਦ ਵਰਤਦੇ ਨੇ, ਮੈਂ ਆਪਣੇ ਕੰਨਾਂ ਨਾਲ ਸੁਣੇ। ਬੜਾ ਕੁਛ ਦੇ ਦਿੱਤਾ ਤੂੰ ਉਹਨਾਂ ਨੂੰ। ਤੇ ਯਾਦ ਰੱਖਣਾ, ਮੈਂ ਅਰਮਤਾ ਤੋਂ ਇੱਕ ਬੇਨਤੀ ਕਰ ਰਿਹਾ ਹਾਂ ਅੱਜ ਦੀ ਵਿਚਾਰ ਵਿੱਚ, ਕਿ ਜਿਤਨਾ ਕਿਸੇ ਦਾ ਭਾਂਡਾ ਹੈ ਔਰ ਯੋਗਤਾ ਹੈ, ਰੱਬ ਉਤਨਾ ਹੀ ਉਹਨੂੰ ਦੇਵੇਗਾ। ਉਸ ਤੋਂ ਵੱਧ ਕਦੀ ਮਿਲ ਨਹੀਂ ਸਕਦਾ। ਹਾਂ, ਜੇ ਕੋਈ ਚਾਹੁੰਦਾ ਹੈ ਉਹਨੂੰ ਆਪਣੀ ਪਾਤਰਤਾ ਵਧਾਉਣ ਵਾਸਤੇ ਹੀ ਰੱਬ ਅੱਗੇ ਅਰਦਾਸ ਕਰਨੀ ਪਵੇਗੀ। ਕਿਉਂਕਿ ਸ੍ਰਿਸ਼ਟੀ ਦਾ, ਜਗਤ ਦਾ ਇੱਕ ਨਿਯਮ ਹੈ, ਰੱਬ ਕੋਈ ਵਸਤੂ ਜ਼ਾਇਆ ਨਹੀਂ ਕਰਦਾ। ਇਹ ਗੱਲ ਯਾਦ ਰੱਖਣਾ, ਕੋਈ ਵਸਤੂ ਰੱਬ ਇੱਕ ਤਿਲ ਵੀ ਜ਼ਾਇਆ ਨਹੀਂ ਕਰਦਾ। ਇੱਕ ਸ਼ਬਦ ਹੈ ਨਾ, ਇੱਕ ਤਿਲ ਨਹੀਂ ਭੰਨੈ ਘਾਲੇ। ਇਸੇ ਤਰ੍ਹਾਂ ਰੱਬ ਇੱਕ ਤਿਲ ਜਿਤਨੀ ਸ਼ੈ, ਤਿਲ ਜਿਤਨੀ ਵਸਤੂ ਵੀ ਕਦੀ ਖਰਾਬ ਨਹੀਂ ਕਰਦਾ। ਜੇ ਉਹਨੂੰ ਪਤਾ ਲੱਗ ਗਿਆ ਨਾ ਇਸ ਭਾਂਡੇ ਵਿੱਚ 100 ਸਿੱਕੇ ਆਣੇ ਹਨ, ਜੇ ਇੱਕ ਸਿੱਕਾ ਹੋਰ ਪਾ ਦਿੱਤਾ ਤੇ ਸਿੱਕਾ ਸੰਭਲ ਨਹੀਂ ਪਾਵੇਗਾ, ਉਹਨੇ ਇੱਕ ਸਿੱਕਾ ਵੀ ਵੱਧ ਨਹੀਂ ਪਾਣਾ। ਇਸ਼ਾਰਾ ਸਮਝਣਾ ਮੇਰਾ। ਹਾਂ, ਜੇ ਉਹ ਬੰਦਾ ਉਹਦੇ ਵਿੱਚ ਹੋਰ ਜਗ੍ਹਾ ਬਣਾ ਲਵੇ, ਕਿਸੇ ਤਰੀਕੇ ਨਾਲ ਪਾਤਰਤਾ ਵਧਾ ਲਵੇ, ਤੇ ਰੱਬ ਉਸ ਭਾਂਡੇ ਨੂੰ ਵੀ ਭਰ ਦੇਗਾ। ਪਰ ਸਮੱਸਿਆ ਸਾਡੀ ਸਭ ਤੋਂ ਵੱਡੀ ਇਹ ਹੈ, ਸਾਡੇ ਆਪਣੇ ਕੋਲ ਪਾਤਰਤਾ ਕੋਈ ਨਹੀਂ, ਤੇ ਅਸੀਂ ਉਸ ਚੀਜ਼ ਦਾ ਦੋਸ਼ ਰੱਬ ਨੂੰ ਦੇ ਦਿੰਦੇ ਹਾਂ, ਬਈ ਤੂੰ ਮੈਨੂੰ ਦਿੱਤਾ ਹੀ ਕੁਛ ਨਹੀਂ, ਤੂੰ ਫਲਾਣੇ ਨੂੰ ਵੱਧ ਦੇ ਦਿੱਤਾ ਤੇ ਮੈਨੂੰ ਘੱਟ ਦੇ ਦਿੱਤਾ। ਯਾਦ ਰੱਖਣਾ, ਗੁਰੂ ਕਲਗੀਧਰ ਪਾਤਸ਼ਾਹ ਇੱਕ ਗੱਲ ਕਹਿੰਦੇ ਹਨ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਸਾਡੇ ਅਗਰ, ਮੈਂ ਸ਼ਬਦ ਵਰਤਾਂਗਾ, ਕੁਕਰਮ ਵੇਖ ਲਈਏ ਨਾ ਅਸੀਂ ਆਪ, ਤੇ ਜਿਵੇਂ ਅਸੀਂ ਦੂਸਰੇ ਨੂੰ ਜੱਜ ਕਰਦੇ ਹਾਂ, ਅਸੀਂ ਆਪ ਅਗਰ ਅਨਬਾਇਸਡ ਹੋ ਕੇ, ਨਿਸ਼ਪਕਸ਼ ਹੋ ਕੇ ਅਸੀਂ ਆਪਣੇ ਬਾਰੇ ਅਗਰ ਰਾਏ ਬਣਾਈਏ, ਤੇ ਅਸੀਂ ਸਾਫ਼ ਕਵਾਂਗੇ ਵੀ ਮੈਂ ਤੇ ਕਿਸੇ ਜੋਗਾ ਵੀ ਨਹੀਂ ਹਾਂ। ਪਰ ਰੱਬ ਨੇ ਫਿਰ ਕਿਤਨਾ ਕੁਛ ਸਾਨੂੰ ਬਖਸ਼ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ, ਦੋਖਨ ਦੇਖਤ ਹੈ। ਸਾਰਿਆਂ ਦੇ ਪਾਪ ਕੁਕਰਮ ਐਬ ਵੇਖ ਰਿਹਾ, ਦੋਖਨਦਾਰ ਜਿੱਥੇ ਐਬ ਲੈ ਲਵਾਂਗੇ। ਸਾਰਿਆਂ ਦੇ ਐਬ ਰੱਬ ਵੇਖਦਾ ਪਿਆ ਹੈ।
ਔਰ ਇਹ ਐਬ ਇਹ ਨਹੀਂ ਵੀ ਜਿਤਨੇ ਹਨ ਉਤਨੇ ਹੀ ਰਹਿ ਗਏ, ਰੋਜ਼ ਅਸੀਂ ਐਬ ਵਧਾਉਂਦੇ ਹਾਂ। ਖਿਮਾ ਕਰਨਾ, ਅਸੀਂ ਰੋਜ਼ ਐਬ ਵਧਾ ਰਹੇ ਹਾਂ, ਪਰ ਉਹ ਦੇਤ ਨਾ ਹਾਰੇ, ਉਹ ਦੇਣ ਤੋਂ ਕਦੀ ਹੱਥ ਪਿੱਛੇ ਨਹੀਂ ਕਰਦਾ। ਉਹ ਫਿਰ ਸਾਡੀ ਝੋਲੀ ਭਰ ਦਿੰਦਾ ਹੈ ਸ਼ਾਮ ਤੱਕ। ਸੁਬਹ ਬੰਦਾ ਗੁਰੂ ਘਰ ਆ ਕੇ ਅਰਦਾਸ ਕਰਕੇ ਗਿਆ, ਤੇ ਖਿਮਾ ਕਰਨਾ, ਕਈ ਲੋਕ ਤੇ ਭੈ ਪਾਵਨੀ 'ਚ ਰਹਿੰਦੇ, ਕਈ ਲੋਕ ਫਿਰ ਅਧਰਮ ਦੀ ਕਿਰਤ ਵੀ ਕਰਦੇ ਹਨ। ਬੇਈਮਾਨੀ ਸ਼ੁਰੂ ਕਰ ਦਿੱਤੀ, ਉਹਨੂੰ ਭੁਲਾ ਦਿੱਤਾ, ਤੇ ਫਿਰ ਉਮੀਦ ਕਰਦੇ ਨੇ ਸ਼ਾਮ ਨੂੰ ਜੀ ਕੀ ਵਟਿਆ, ਦੇਖੀਏ ਜਰਾ ਕਿਤਨਾ ਕੁਝ ਆ ਗਿਆ। ਰੱਬ ਫਿਰ ਵੀ ਦੇ ਦਿੰਦਾ ਹੈ, ਉਹ ਇਤਨਾ ਦਿਆਲੂ ਹੈ। ਕਾਰਨ ਕੀ ਹੈ? ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਉਹ ਮਤ ਪੂਰਾ ਹੈ ਦਾਨ ਵਿੱਚ। ਮਤ ਸਮਝ ਲੈਣਾ ਕਿ ਰੱਬ ਨੇ ਕਿਸੇ ਨੂੰ ਐਵੇਂ ਕੁਛ ਦੇ ਦਿੱਤਾ। ਹਾਂ, ਇੱਕ ਵੱਖਰੀ ਗੱਲ ਹੈ ਕਿ ਅੱਜ ਉਹਦਾ ਸੁਭਾਅ ਠੀਕ ਨਹੀਂ, ਪਰ ਜੋ ਉਹਨੂੰ ਮਿਲਿਆ ਹੈ ਨਾ, ਉਹਦੀ ਪਾਤਰਤਾ ਕਰਕੇ ਮਿਲਿਆ ਹੈ। ਜਿਵੇਂ ਇੱਕ ਬੰਦਾ ਜਿਹੜਾ ਸਤਸੰਗ 'ਚ ਜਾਂਦਾ ਸੀ, ਉਹਨੂੰ ਕੰਡਾ ਚੁੱਭ ਗਿਆ, ਤੇ ਇੱਕ ਜਿਹੜਾ ਕੁਸੰਗਤ ਵਿੱਚ ਜਾਂਦਾ ਸੀ, ਉਹਨੂੰ ਹੀਰਾ ਮਿਲ ਗਿਆ। ਉੱਪਰ ਦੀ ਘਟਨਾ ਨੂੰ ਵੇਖ ਕੇ ਅੱਜ ਵੀ ਉਹ ਸਥਾਨ ਦੱਸਿਆ ਜਾਂਦਾ। ਹਰਿਦੁਆਰ ਤੋਂ ਜਦੋਂ ਆਪ ਨਜੀਬਾਬਾਦ ਦੀ ਤਰਫ ਜਾਓ, ਰਸਤੇ ਵਿੱਚ ਉਹ ਸਥਾਨ ਅੱਜ ਗੁਰੂ ਘਰ ਉੱਥੇ ਬਣਿਆ ਹੋਇਆ ਹੈ, ਜਿੱਥੇ ਆਖਿਆ ਜਾਂਦਾ ਹੈ ਕਿ ਸੂਲੀ ਦਾ ਕੰਡਾ ਇੱਥੇ ਹੀ ਕੀਤਾ ਸੀ। ਉੱਥੇ ਬਕਾਇਦਾ ਇਤਿਹਾਸ ਲਿਖ ਕੇ ਲਾਇਆ ਗਿਆ ਹੈ। ਆਪ ਕਦੇ ਉਸ ਪਾਸੇ ਜਾਓ ਤੇ ਉਸ ਸਥਾਨ ਦੇ ਦਰਸ਼ਨ ਕਰਿਓ। ਤੇ ਦੋਵੇਂ ਆ ਗਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਬਈ ਮੈਂ ਸੰਗਤ ਕੀਤੀ, ਮੈਨੂੰ ਕੰਡਾ ਚੁੱਭ ਗਿਆ। ਇਹ ਕੁਸੰਗ ਕਰਦਾ ਹੈ, ਰੱਬ ਬਾਰੇ ਭੈੜਾ ਆਖਦਾ ਹੈ, ਇਹਨੂੰ ਹੀਰਾ ਮਿਲ ਗਿਆ। ਸਤਿਗੁਰੂ ਨੇ ਕਿਹਾ ਸੀ ਜਾ ਕੇ ਜਿੱਥੇ ਜਿੱਥੇ ਘਟਨਾ ਵਾਪਰੀ ਨਾ, ਉੱਥੇ ਧਰਤੀ ਪੁੱਟਣਾ ਜਰਾ ਤੁਸੀਂ। ਧਰਤੀ ਪੁੱਟੀ ਤੇ ਜਿਸ ਨੂੰ ਕੰਡਾ ਚੁਭਿਆ ਸੀ ਥੱਲੋਂ ਸੂਲੀ ਨਿਕਲ ਆਈ, ਤੇ ਜਿਸ ਨੂੰ ਹੀਰਾ ਇੱਕ ਲੱਭਿਆ ਸੀ ਉਹਨੂੰ ਥੱਲੇ ਇੱਕ ਭਾਂਡਾ ਮਿਲਿਆ, ਕੂਜ਼ਾ, ਜਿਹਦੇ ਵਿੱਚ ਕੋਲੇ ਭਰੇ ਪਏ ਸਨ। ਅਸੀਂ ਤੇ ਇਹ ਵੇਖ ਰਹੇ ਹਾਂ ਨਾ, ਇਹ ਵਰਤਮਾਨ ਸਮਾਂ ਸਿਰਫ ਖੇਡ ਰੱਬ ਨੂੰ ਪਤਾ ਹੈ ਸਾਰੀ। ਦੋਵੇਂ ਆ ਗਏ, ਕਹਿੰਦੇ ਸਮਝ ਨਹੀਂ ਆਈ। ਉਹ ਕਹਿੰਦੇ ਇਹ ਪਿਛਲਾ ਇਤਨਾ ਵੱਡਾ ਕੁਕਰਮੀ ਸੀ, ਇਹ ਇਸ ਜਨਮ 'ਚ ਸੰਗਤ 'ਚ ਆ ਕੇ ਇਹਦੇ ਸਾਰੇ ਭੈੜੇ ਕਰਮ ਕੱਟੇ ਗਏ, ਤੇ ਰੱਬ ਨੇ ਇਹਨੂੰ ਇਹ ਸਜ਼ਾ ਦੇਣੀ ਸੀ ਵੀ ਇਹ ਸੂਲੀ ਤੇ ਚੜ੍ਹਦਾ, ਪਰ ਇਹ ਸੰਗਤ ਕਰ ਕਰਕੇ ਇਹਨੇ ਆਪਣੇ ਸਾਰੇ ਭੈੜੇ ਕਰਮ ਕੱਟ ਲਏ। ਅਰਦਾਸਾਂ ਕਰ ਕਰਕੇ ਇਹਦੀ ਸੂਲੀ ਦਾ ਕੰਡਾ ਬਣ ਗਿਆ। ਤੇ ਜਿਹਨੂੰ ਇੱਕ ਹੀਰਾ ਮਿਲਿਆ ਹੈ, ਇਹਨੂੰ ਪੂਰਾ ਕੂਜ਼ਾ ਹੀਰਿਆਂ ਦਾ ਮਿਲਣਾ ਸੀ, ਪਰ ਕੁਕਰਮ ਔਰ ਕੁਸੰਗਤ ਕਰ ਕਰਕੇ ਇਹਨੇ ਆਪਣੇ ਸਾਰੇ ਹੀਰੇ ਸਾੜ ਦਿੱਤੇ। ਇਹ ਖੇਡ ਰਮਜ਼ ਇਹ ਹੁੰਦੀ ਹੈ ਪਿੱਛੇ। ਅਸੀਂ ਸਿਰਫ ਬਾਹਰੋਂ ਵੇਖਦੇ ਹਾਂ, ਮੈਨੂੰ ਕੰਡਾ ਚੁੱਭ ਗਿਆ, ਫਲਾਣੇ ਨੂੰ ਹੀਰਾ ਮਿਲ ਗਿਆ, ਰੱਬ ਨੇ ਮੇਰੇ ਨਾਲ ਬੇਇਨਸਾਫੀ ਕਰ ਦਿੱਤੀ। ਨਹੀਂ, ਸਤਿਗੁਰੂ ਕਹਿੰਦੇ ਤੂੰ ਜੀਆਂ ਕਾ ਦਾਤਾਰਾ, ਫਿਰ ਮੈਂ ਕਰਾਂ ਕੀ ਕਰੀਏ? ਮਨ ਡੋਲਦਾ ਹੈ। ਸਤਿਗੁਰੂ ਕਹਿੰਦੇ ਇੱਕ ਕੰਮ ਕਰੋ, ਕਹਿ ਕੇ ਸਮਾਪਤੀ ਕਰਾਂ ਜੀ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਤਾਂ ਤੇ ਹੈ ਸੰਤ ਜਨੋ, ਇਹ ਨਾ ਹੋਵੇ ਤੁਸੀਂ ਦੋਸ਼ ਦੇਈ ਜਾਓ, ਤੁਸੀਂ ਮਨ ਆਪਣਾ ਡੁਲਾਈ ਜਾਓ। ਤੁਸੀਂ ਸਿਰਫ ਇੱਕੋ ਹੀ ਕੰਮ ਕਰਨਾ ਹੈ, ਹਰ ਧਿਆਵੋ ਸੰਤੋ ਜੀ। ਹੇ ਸੰਤ ਜਨੋ, ਤੁਸੀਂ ਹਰੀ ਨੂੰ ਧਿਆਓ, ਸਿਰਫ ਉਹਦਾ ਸਿਮਰਨ ਕਰਿਆ ਕਰੋ, ਉਹਦਾ ਧਿਆਨ ਧਰਿਆ ਕਰੋ, ਉਹਨੂੰ ਜਪਿਆ ਕਰੋ, ਕਿਉਂਕਿ ਸਭ ਦੁੱਖ ਵਿਸਾਰਨ ਹਾਰਾ। ਰੱਬ ਸਾਰੇ ਦੁੱਖਾਂ ਨੂੰ ਵਿਸਾਰਨ ਹਾਰਾ ਹੈ, ਭਾਵ ਨਾਸ਼ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ। ਸਾਰੇ ਦੁੱਖਾਂ ਨੂੰ ਉਹ ਨਾਸ਼ ਕਰਦਾ ਹੈ। ਹਰਿ ਆਪੇ ਠਾਕੁਰ, ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹੁਣੇ ਮੈਂ ਬੇਨਤੀ ਕੀਤੀ ਸੀ ਕਿ ਸਾਰਿਆਂ ਵਿੱਚ ਉਹ ਆਪ ਬੈਠਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੇ ਕੋਈ ਠਾਕੁਰ ਹੈ, ਠਾਕੁਰ ਕਹਿੰਦੇ ਮਾਲਕ ਨੂੰ, ਔਰ ਸੇਵਕ ਕਹਿੰਦੇ ਹਨ ਚਾਕਰ ਨੂੰ, ਨੌਕਰ ਨੂੰ। ਕੋਈ ਮਾਲਕ ਹੈ ਤੇ ਕੋਈ ਨੌਕਰ ਹੈ। ਰੱਬ ਨੇ ਇਹ ਰੋਲ ਦਿੱਤੇ ਹਨ ਸਾਰਿਆਂ ਨੂੰ। ਅਸਲ ਵਿੱਚ ਕਿਧਰੇ ਉਹ ਮਾਲਕ ਬਣ ਕੇ ਆਪ ਬਹਿ ਗਿਆ, ਕਿਧਰੇ ਨੌਕਰ ਬਣ ਕੇ ਉਸ ਮਾਲਕ ਦੀ ਆਪ ਹੀ ਸੇਵਾ ਕਰ ਰਿਹਾ ਹੈ।
ਧਿਆਨ ਦੀ ਇਹ ਸ਼ਕਤੀ ਹੈ ਕਿ ਧਿਆਨ ਦੇ ਨਾਲ ਇਹ ਗਿਆਨ ਹੋਏਗਾ। ਗਿਆਨ ਇਹ ਹੈ ਕੇਵਲ ਕਿਤਾਬਾਂ ਵਾਲਾ ਨਹੀਂ ਵੀ ਬਾਹਰੋਂ ਅੰਦਰ ਪਾਈ ਜਾਣਾ, ਅੰਦਰੋਂ ਅਨੁਭਵ ਹੋ ਜਾਣਾ ਉਸ ਦੀ ਸਰਬ ਵਿਆਪਕਤਾ ਦਾ, ਇਹ ਗਿਆਨ ਹੈ। ਕਿਆ ਨਾਨਕ ਜੰਤ ਵਿਚਾਰਾ, ਹੈ ਨਾਨਕ ਇਹ ਜੀਵ ਜੰਤ ਵਿਚਾਰੇ ਕੀ ਹਨ ਉਹਦੀ ਸੱਤਿਆ ਦੇ ਅੱਗੇ। ਇਹਨਾਂ ਨੂੰ ਤੇ ਜਿੱਥੇ ਉਹਨੇ ਲਾ ਦਿੱਤਾ, ਜਿਵੇਂ ਡੋਰੀ ਖਿੱਚੀ, ਇਹਨਾਂ ਨੂੰ ਉਂਝ ਨੱਚਣਾ ਪਏਗਾ, ਉੱਥੇ ਹੀ ਜਾਣਾ ਪਵੇਗਾ। ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ। ਅਸਮਾ ਹੋ ਗਿਆ ਹੈ। ਸਤਿਗੁਰੂ ਕਿਰਪਾ ਕਰਨ ਜੀ। ਅਗਲਾ ਜੋ ਪਦਾ ਹੈ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਹਦੀ ਵਿਚਾਰ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਬੋਲ ਹਨ, ਔਰ ਪਹਿਲੇ ਬੋਲ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਜੀ ਦੇ ਆਉਂਦੇ ਹਨ, ਉਹ ਸੋ ਪੁਰਖ ਹੀ ਹਨ। ਅਤੇ ਇਸ ਵਾਰ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਇਹੀ ਬੋਲ ਸਮਰਪਿਤ ਕੀਤੇ ਗਏ ਹਨ ਅਤੇ ਇਹਨਾਂ ਦੀ ਵਿਚਾਰ ਸਤਿਗੁਰੂ ਜੀ ਕਰਾ ਰਹੇ ਹਨ। ਅਗਲੇ ਸਮਿਆਂ ਦੇ ਵਿੱਚ ਅਗਲੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ, ਇਤਨੇ ਬਚਨ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਿਕਾਰ, ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।